स्वागत देश विदेश में बैठे सारे दर्शकों का बहुत बहुत स्वागत करते हैं उन्होंने अपने प्रोग्राम गल्लां ते गीत दे विच मैं आमेगा। आज है 1 अगस्त। 1 अगस्त एक इतिहासिक दिन। आज ही दे दिन यानी 1 अगस्त 1920 नूं पूरा भारत एकजुट होया सी। एक ऐसा अंदोलन छेड़िया गया सी जिस अंदोलन दे विच ना हथियार चक्के गए ना ही किसी दी हत्या हुई, पर फिर भी इस अंदोलन ने अंग्रेज़ां दी नींव हिला के रख दिती सी। जी हाँ, मैं गल करांगी अज प्रोग्राम दे विच ना मिलवर्तन अंदोलन दी, नॉन कोऑपरेशन मूवमेंट। इस अंदोलन की अज गलबात होएगी प्रोग्राम गल्लां ते गीत दे विच। यही साडा अज दा विशा है ते गलबात करन लई स्टूडियो दे विच मेरे नाल मौजूद ने। बहुत बहुत स्वागत करदे हां डॉक्टर दिनेश अरोड़ा जी दा। डॉक्टर दिनेश अरोड़ा जी एसोसीएट प्रोफैसर ने DAV कॉलेज जलंधर दे विच। बहुत बहुत तुहाडा स्टूडियो दे विच स्वागत करदे। धन्यवाद जी मैम, बहुत बहुत धन्यवाद। ते अज इस इतिहासिक अंदोलन बारे गलबात होएगी, ना मिलवर्तन अंदोलन। ते सब तो पहला तुहाडे तो यही समझते हैं कि ना मिलवर्तन अंदोलन की सी। मैडम, जिस वेले असीं भारत के राष्ट्रीय अंदोलन नूं देखदे हां ਉਹਦੇ ਵਿੱਚ कई लहरां ਚੱਲਦੀਆਂ जी, लेकिन ਉਹ ਜਿਹੜੀਆਂ ਲਹਿਰਾਂ ਚੱਲਦੀਆਂ ਉਹਨਾਂ ਸਾਰਿਆਂ ਦਾ ਮੰਤਵ, ਸਾਰਿਆਂ ਦਾ ਉਦੇਸ਼ ਇੱਕ ਹੈ, ਦੇਸ਼ ਦੀ ਆਜ਼ਾਦੀ। जी, ਉਹਨਾਂ ਵਿੱਚੋਂ ਇੱਕ ਬਹੁਤ ਮਹੱਤਵਪੂਰਨ ਅੰਦੋਲਨ ਜਿਹੜਾ ਹੈ ਉਹ ਹੈ ਨਾਨ ਕੋਆਪਰੇਸ਼ਨ ਮੂਵਮੈਂਟ, ਜਿਹਨੂੰ ਅਸੀਂ ਅਸਹਿਯੋਗ ਅੰਦੋਲਨ ਜਾਂ ਨਾ ਮਿਲਵਰਤਨ ਅੰਦੋਲਨ ਆਖਦੇ ਹਾਂ। जी, जी, ਇਹ ਮੂਵਮੈਂਟ ਜਿਹੜੀ ਹੈ, ਜਿਵੇਂ ਤੁਸੀਂ ਦੱਸਿਆ ਕਿ ਮਹਾਤਮਾ ਗਾਂਧੀ ਜੀ ਦੁਆਰਾ ਇਹ ਮੂਵਮੈਂਟ ਜਿਹੜੀ ਹੈ ਸ਼ੁਰੂ ਕੀਤੀ ਜਾਂਦੀ ਹੈ। ਤਾਂ ਅਗਰ ਅਸੀਂ ਥੋੜਾ ਜਿਹਾ ਪਿਛੋਕੜ ਨੂੰ ਦੇਖ ਲਈਏ, ਇਹਦੇ ਨਾਲ ਜੋੜੀਏ, ਤੈਨੂੰ ਸਮਝਣਾ ਹੋਰ ਜ਼ਿਆਦਾ ਆਸਾਨ ਹੋ ਜਾਏਗਾ। जी, ਅਸਲ ਦੇ ਵਿੱਚ ਜਿਸ ਵੇਲੇ ਅਸੀਂ ਭਾਰਤ ਦੇ ਰਾਸ਼ਟਰੀ ਅੰਦੋਲਨ ਨੂੰ ਦੇਖਦੇ ਹਾਂ ਤਾਂ ਉਹਨੂੰ ਅਸੀਂ ਸਮਝਣ ਦੇ ਲਈ 3 ਫੇਜ਼ਸ ਦੇ ਵਿੱਚ, 3 ਹਿੱਸਿਆਂ ਦੇ ਵਿੱਚ ਡਿਵਾਈਡ ਕਰ ਦਿੰਦੇ ਹਾਂ। बिल्कुल। ਤਾਂ ਪਹਿਲਾ ਫੇਜ਼ ਜਿਹੜਾ ਵਾ ਉਹ 1885 ਤੋਂ 1905 ਤੱਕ ਦਾ ਹੈ, ਜਿਹਦੇ ਵਿੱਚ ਅਸੀਂ ਉਦਾਰਵਾਦੀ ਜਾਂ ਮੋਡਰੇਟਸ ਜਿਹੜੇ ਫਰੀडम फाइटर है ਅਸੀਂ ਉਹਨਾਂ ਨੂੰ ਰੱਖਦੇ ਹਾਂ। ਔਰ ਉਸ ਤੋਂ ਬਾਅਦ ਅਗਲਾ ਫੇਜ਼ ਆਂਦਾ ਹੈ ਜਿਹੜਾ ਕਿ 1906 ਤੋਂ ਲੈ ਕੇ 1916 1917 ਤੱਕ ਦਾ ਫੇਜ਼ ਹੈ। ਉਹਦੇ ਵਿੱਚ ਅਸੀਂ ਐਕਸਟ੍ਰੀਮਿਸਟ ਨੂੰ ਰੱਖਦੇ ਹਾਂ। ਔਰ ਉਸ ਤੋਂ ਬਾਅਦ ਜਿਹੜਾ ਫੇਜ਼ ਹੈ 1917 ਦਾ ਜਿਹੜਾ ਫੇਜ਼ ਹੈ ਔਰ 1947 ਤੱਕ ਦਾ ਫੇਜ਼, ਇਹ ਗਾਂਧੀਵਾਦੀ ਯੁੱਗ ਆਖਿਆ ਜਾਂਦਾ ਹੈ ਭਾਰਤ ਦੇ ਰਾਸ਼ਟਰੀ ਅੰਦੋਲਨ ਦੇ ਵਿੱਚ। जी, ਤਿੰਨਾਂ ਦੀ ਕੰਟਰੀਬਿਊਸ਼ਨ ਆਪਣੀ ਆਪਣੀ ਹੈ, ਤਿੰਨਾਂ ਦਾ ਮੰਤਵ, ਤਿੰਨਾਂ ਦਾ ਉਦੇਸ਼ ਇੱਕ ਹੈ, ਦੇਸ਼ ਦੀ ਆਜ਼ਾਦੀ। ਔਰ ਜਿਸ ਵੇਲੇ ਅਸੀਂ ਗਾਂਧੀਵਾਦੀ ਯੁੱਗ ਦੀ ਸ਼ੁਰੂਆਤ ਦੇਖਦੇ ਹਾਂ ਤਾਂ ਮਹਾਤਮਾ ਗਾਂਧੀ ਜੀ ਜਨਵਰੀ 1915 'ਚ ਸਾਊਥ ਅਫਰੀਕਾ ਤੋਂ ਵਾਪਸ ਆਉਂਦੇ ਆ। ਔਰ ਜਿਸ ਵੇਲੇ ਉਹ ਭਾਰਤ ਵਾਪਸ ਆਉਂਦੇ ਆ ਤੇ ਉਹਨਾਂ ਨੂੰ ਇਹ ਐਡਵਾਈਸ ਕੀਤੀ ਜਾਂਦੀ ਹੈ ਗੋਪਾਲ ਕ੍ਰਿਸ਼ਨ ਗੋਖਲੇ ਜੀ ਵੱਲੋਂ, ਜਿਨ੍ਹਾਂ ਨੂੰ ਆਪਣਾ ਉਹ ਰਾਜਨੀਤਿਕ ਗੁਰੂ ਮੰਨਦੇ ਆ, ਕਿ ਤੁਸੀਂ ਪੂਰੇ ਭਾਰਤ ਦਾ ਭ੍ਰਮਣ ਕਰੋ, ਪੂਰੇ ਭਾਰਤ ਦਾ ਚੱਕਰ ਲਗਾਓ, ਭਾਰਤ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਫਿਰ ਤੁਸੀਂ ਆਪਣਾ ਓਪੀਨੀਅਨ, ਆਪਣਾ ਜਿਹੜਾ ਡਿਸੀਜਨ ਤੁਸੀਂ ਭਾਰਤ ਬਾਰੇ ਲੈਣਾ जी, ਔਰ ਮਹਾਤਮਾ ਗਾਂਧੀ ਜੀ ਇਸੇ ਤਰ੍ਹਾਂ ਕਰਦੇ ਆ, ਪੂਰੇ ਭਾਰਤ ਦਾ ਭ੍ਰਮਣ ਕਰਦੇ ਆ। ਔਰ ਜਿਹੜਾ ਉਹਨਾਂ ਦਾ ਪੂਰੇ ਭਾਰਤ ਦਾ ਚੱਕਰ ਜਿਸ ਵੇਲੇ ਲਗਾਉਂਦੇ ਆ, ਉਹ ਕੁਝ ਫੇਜ਼ਸ ਦੇ ਵਿੱਚ ਛੋਟੇ ਛੋਟੇ ਅੰਦੋਲਨ ਵੀ ਚੱਲਦੇ ਆ। ਜਿੱਦਾਂ ਅਸੀਂ ਦੇਖਦੇ ਹਾਂ ਕਿ ਚੰਪਾਰਨ ਦਾ ਇੱਕ ਅੰਦੋਲਨ ਚੱਲਦਾ ਹੈ ਬਿਹਾਰ ਦੇ ਵਿੱਚ, ਖੇੜਾ ਦਾ ਅੰਦੋਲਨ ਹੈ ਗੁਜਰਾਤ ਦੇ ਵਿੱਚ। ਛੋਟੀ ਛੋਟੀਆਂ ਮੂਵਮੈਂਟਸ ਜਿਹੜੀਆਂ ਉਹ ਲਾਂਚ ਕਰਦੇ ਆ ਔਰ ਇਹ ਇੱਕ ਤਰ੍ਹਾਂ ਨਾਲ ਸਿਗਨਲ ਹੈ ਜਿੱਥੋਂ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗਦਾ ਕਿ ਲੋਕ ਉਹਨਾਂ ਨਾਲ ਜੁੜਨਾ ਸ਼ੁਰੂ ਹੋ ਜਾਂਦੇ ਆ। जी, जी, ਔਰ ਅੱਗੇ ਜਾ ਕੇ ਜਦੋਂ ਅਸੀਂ ਦੇਖਦੇ ਹਾਂ 1920 ਦੇ ਵਿੱਚ ਇੱਕ ਵੱਡਾ ਅੰਦੋਲਨ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਦਾ, ਪਹਿਲਾ ਜਿਹਨੂੰ ਅਸੀਂ ਰਾਸ਼ਟਰੀ ਵਿਆਪੀ ਅੰਦੋਲਨ ਆਖ ਸਕਦੇ ਹਾਂ, ਉਹ ਆਂਦਾ ਹੈ ਅਸਹਿਯੋਗ ਅੰਦੋਲਨ, ਨਾਨ ਕੋਆਪਰੇਸ਼ਨ ਮੂਵਮੈਂਟ, ਜਿਹੜੀ ਕਿ ਅੱਜ ਦੇ ਦਿਨ 1 ਅਗਸਤ 1920 ਨੂੰ ਮਹਾਤਮਾ ਗਾਂਧੀ ਜੀ ਲਾਂਚ ਕਰਦੇ ਆ। जी, ਇਹਦੇ ਪਿੱਛੇ ਅਗਰ ਅਸੀਂ ਹੋਰ ਥੋੜਾ ਜਿਹਾ ਦੇਖਦੇ ਹਾਂ ਕਿ ਜਿਹੜੀਆਂ ਘਟਨਾਵਾਂ ਜੁੜਦੀਆਂ 1917 18 19 ਲਗਾਤਾਰ ਇਹ ਅੰਦੋਲਨ ਜਿਹੜਾ ਹੈ ਇਹਨੂੰ ਉਹ ਜਨਮ ਦਿੰਦੀਆਂ। बिल्कुल, क्योंकि ਜਦੋਂ ਕੋਈ ਅੰਦੋਲਨ ਦਾ ਜਨਮ ਹੁੰਦਾ ਉਹਦੇ ਵਿੱਚ ਕੁਝ ਨਾ ਕੁਝ ਕਾਰਨ ਜ਼ਰੂਰ ਹੁੰਦੇ ਨੇ ਜਿਨ੍ਹਾਂ ਕਾਰਨਾਂ ਕਰਕੇ ਉਸ ਅੰਦੋਲਨ ਦੀ ਲੋੜ ਪੈਂਦੀ ਹੈ। ਤੇ ਜਦੋਂ ਅਸੀਂ ਨਾ ਮਿਲਵਰਤਨ ਅੰਦੋਲਨ ਦੀ ਗੱਲ ਕਰਦੇ ਹਾਂ ਤੇ ਇਹਦੇ ਪਿੱਛੇ ਉਹ ਕਿਹੜੇ ਕਾਰਨ ਰਹੇ ਨੇ ਜਿਹਦੇ ਕਰਕੇ ਇਹ ਅੰਦੋਲਨ ਜਿਹੜਾ ਹੈ ਉਹ ਛਿੜਿਆ ਗਿਆ। ਬਿਲਕੁਲ ਮੈਮ, ਸਾਨੂੰ ਇਹ ਦੇਖਣਾ ਪਏਗਾ ਕਿ 1914 ਤੋਂ ਵਰਲਡ ਵਾਰ 1 ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਔਰ ਅੰਗਰੇਜ਼ਾਂ ਦੁਆਰਾ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਸ ਯੁੱਧ ਦੇ ਵਿੱਚ ਭਾਰਤੀਆਂ ਨੂੰ ਸ਼ਾਮਲ ਕੀਤਾ ਜਾਵੇ, ਉਹਨਾਂ ਦਾ ਸਹਿਯੋਗ ਲਿੱਤਾ ਜਾਵੇ। ਬਾਈ ਵਨ ਵੇ ਔਰ ਦਾ ਅਦਰ ਇਹ ਭਾਰਤੀ ਜਿਹੜੇ ਉਹਦੇ ਲਈ ਤਿਆਰ ਹੁੰਦੇ ਆ ਔਰ ਭਾਰਤੀ ਲੀਡਰ ਜਿਹੜੇ ਆ, ਈਵਨ ਗਾਂਧੀ ਜੀ ਲੋਕਾਂ ਨੂੰ ਪ੍ਰੇਰਿਤ ਕਰਦੇ ਉਸ ਯੁੱਧ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ। ਲੇਕਿਨ ਇਹ ਉਮੀਦ ਕੀਤੀ ਜਾਂਦੀ ਹੈ ਕਿ ਚਲੋ ਉਸ ਯੁੱਧ ਤੋਂ ਬਾਅਦ ਭਾਰਤੀਆਂ ਨੇ ਉਸ ਯੁੱਧ ਦੇ ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ, ਉਸ ਯੁੱਧ ਤੋਂ ਬਾਅਦ ਭਾਰਤੀਆਂ ਦੇ ਅਧਿਕਾਰ ਸੁਤੰਤਰਤਾ ਜਿਹੜੇ ਆ ਕੁਛ ਨਾ ਕੁਛ ਉਹਨਾਂ ਨੂੰ ਦਿੱਤੇ ਜਾਣਗੇ। ਲੇਕਿਨ ਹੁੰਦਾ ਉਲਟ ਹੈ। ਹੁੰਦਾ ਇਹ ਹੈ ਕਿ 10 ਮਾਰਚ 1919 ਨੂੰ ਇੱਕ ਕਾਨੂੰਨ ਪਾਸ ਕੀਤਾ ਜਾਂਦਾ ਜਿਹਨੂੰ ਰੋਲਟ ਐਕਟ ਆਖਿਆ ਜਾਂਦਾ ਹੈ। ਇਹ ਰੋਲਟ ਐਕਟ ਇੱਕ ਰੋਲਟ ਕਮੇਟੀ ਜਿਹੜੀ ਹੈ ਉਹ ਸੁਜੈਸਟ ਕਰਦੀ ਹੈ। ਅਸਲ ਦੇ ਵਿੱਚ ਸਰ ਸਿਡਨੀ ਰੋਲਟ ਇੱਕ ਜੱਜ ਹੋਏ ਆ ਬ੍ਰਿਟੇਨ ਦੇ,
ਉਹਨਾਂ ਦੀ ਅਧਿਕਸ਼ਤਾ 'ਚ ਇਹ ਕਮੇਟੀ ਬਣਦੀ ਹੈ। ਜੀ। ਤੋ ਇਸ ਲਈ ਇਹਨੂੰ ਰੋਲਟ ਐਕਟ ਜਿਹੜਾ ਹੈ ਉਹ ਨਾਮ ਦਿੱਤਾ ਜਾਂਦਾ ਹੈ। ਇਹਦੇ ਵਿੱਚ ਇੱਕ ਪ੍ਰੋਵੀਜ਼ਨ ਰੱਖੀ ਜਾਂਦੀ ਹੈ ਜੀ। ਉਹ ਇਹ ਰੱਖੀ ਜਾਂਦੀ ਹੈ ਕਿ ਬਿਨਾਂ ਅਦਾਲਤ ਦੇ ਪੁਲਿਸ ਜਿਹੜੀ ਹੈ ਕਿਸੇ ਵੀ ਵਿਅਕਤੀ ਨੂੰ, ਕਿਸੇ ਵੀ ਭਾਰਤੀ ਨੂੰ ਅਰੈਸਟ ਕਰ ਸਕਦੀ ਹੈ ਕਿ ਉਹ ਰੈਵੋਲੂਸ਼ਨਰੀ ਆ। ਅੱਛਾ। ਉਹਨੂੰ 2 ਸਾਲ ਬਿਨਾਂ ਕੋਰਟ ਦੀ ਪਰਮਿਸ਼ਨ ਤੋਂ ਅਰੈਸਟ ਜਿਹੜਾ ਉਹ ਕੀਤਾ ਜਾ ਸਕਦਾ। ਈਵਨ ਉਹਨਾਂ ਦੇ ਸੰਦੇਹ ਦੇ ਰੂਪ ਦੇ ਵਿੱਚ ਵੀ ਉਹਨੂੰ ਅਰੈਸਟ ਕੀਤਾ ਜਾ ਸਕਦਾ। ਜੇ ਉਹਦੇ ਕੋਲ ਇੱਕ ਨਿਊਜ਼ਪੇਪਰ ਵੀ ਮਿਲ ਗਿਆ ਜਿਹਦੇ ਵਿੱਚ ਅਗੇਂਸਟ ਖਬਰ ਹੈ ਸਟੇਟ ਦੇ, ਤੇ ਉਹਨੂੰ ਅਰੈਸਟ ਕਰਕੇ 2 ਸਾਲ ਜੇਲ੍ਹ 'ਚ ਰੱਖਿਆ ਜਾ ਸਕਦਾ। ਅਸਲ ਦੇ ਵਿੱਚ ਇਹ ਇਸ ਤਰ੍ਹਾਂ ਦਾ ਕਾਨੂੰਨ ਸੀ, ਇਹਨੂੰ ਅਸੀਂ ਬਲੈਕ ਲਾਅ ਆਖਦੇ ਹਾਂ, ਜਿਹਦੇ ਨਾਲ ਭਾਰਤੀਆਂ ਦੀ ਸੁਤੰਤਰਤਾ, ਭਾਰਤੀਆਂ ਦੇ ਅਧਿਕਾਰ ਜਿਹੜੇ ਆ ਪੂਰੀ ਤਰ੍ਹਾਂ ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਔਰ ਕਿਸੇ ਕਿਸਮ ਦੀ ਇਹਦੇ ਵਿੱਚ ਇਹ ਸਾਰੇ ਜਿਹੜਾ ਐਕਟ ਸੀਗਾ ਇਹਦੇ 'ਚ ਪੂਰੀ ਤਰ੍ਹਾਂ ਨਾਲ ਜਿਹੜਾ ਅਪੀਲ ਕਰਨ ਦੀ, ਦਲੀਲ ਕਰਨ ਦੀ, ਵਕੀਲ ਦੀ ਕੋਈ ਕਿਸੇ ਕਿਸਮ ਦੀ ਕੋਈ ਵਿਵਸਥਾ ਨਹੀਂ ਸੀ। ਜੀ। 3 ਸਪੈਸ਼ਲ ਜੱਜਿਸ ਦੀ ਇੱਕ ਕੋਰਟ ਸੀ ਜਿਹਨੇ ਕਿ ਸਪੈਸ਼ਲ ਜਿਹੜੀ ਉਹ ਕੋਰਟ ਬਣਾਈ ਗਈ ਕਿ ਉਹ ਅੰਤਿਮ ਫੈਸਲਾ ਜਿਹੜੀ ਆ ਉਹੀ ਲਏਗੀ। ਜੀ। ਤੋ ਇਹ ਇੱਕ ਬਲੈਕ ਲਾਅ ਸੀਗਾ ਔਰ ਇਹਨੇ ਪੂਰੀ ਤਰ੍ਹਾਂ ਦੇ ਨਾਲ ਹਰਟ ਕੀਤਾ ਜਿਹੜੇ ਭਾਰਤੀ ਲੀਡਰ ਸੀਗੇ, ਭਾਰਤੀ ਲੋਕਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਹਰਟ ਕੀਤਾ। ਔਰ ਇਹਦੇ ਅਗੇਂਸਟ ਪ੍ਰੋਟੈਸਟ ਜਿਹੜੇ ਸੀਗੇ ਆਲ ਓਵਰ ਦਾ ਕੰਟਰੀ ਸ਼ੁਰੂ ਹੋ ਗਏ। ਜੀ। ਇਹਦੇ ਵਿੱਚ ਹੀ ਅਗਰ ਅਸੀਂ ਦੇਖਦੇ ਹਾਂ ਤੇ ਇਸੇ ਕੜੀ ਨੂੰ ਲੈਂਦੇ ਹੋਏ ਇੱਕ ਪ੍ਰੋਟੈਸਟ ਪੰਜਾਬ ਦੇ ਵਿੱਚ ਅੰਮ੍ਰਿਤਸਰ 'ਚ ਵੀ ਦੇਖਣ ਨੂੰ ਮਿਲਦਾ ਹੈ। ਉਹ ਇਸ ਤਰ੍ਹਾਂ ਹੁੰਦਾ ਹੈ ਕਿ 10 ਅਪ੍ਰੈਲ 1919 ਨੂੰ ਇਸ ਪ੍ਰੋਟੈਸਟ ਨੂੰ ਜਿਹੜੇ ਲੀਡਰ ਲੀਡ ਕਰਦੇ ਆ, ਉਹਨਾਂ ਦੇ ਵਿੱਚ ਡਾਕਟਰ ਸੱਤੇਪਾਲ ਔਰ ਡਾਕਟਰ ਸੈਫੂਦੀਨ ਜਿਹਦਾ ਨਾਮ ਆਉਂਦਾ, ਜਿਨ੍ਹਾਂ ਨੇ ਇਸ ਪ੍ਰੋਟੈਸਟ ਨੂੰ ਲੀਡ ਕੀਤਾ। ਔਰ 10 ਅਪ੍ਰੈਲ ਨੂੰ ਲੋਕਲ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੂੰ ਬੁਲਾਉਂਦੀ ਹੈ ਗੱਲਬਾਤ ਦੇ ਲਈ, ਔਰ ਉਹਨਾਂ ਨੂੰ 10 ਅਪ੍ਰੈਲ 1919 ਨੂੰ ਅਰੈਸਟ ਕਰ ਲੈਂਦੀ ਹੈ। ਔਰ ਲੋਕ ਜਿਹੜੇ ਆ ਉਹਨਾਂ 'ਚ ਅਸੰਤੋਸ਼ ਹੋਰ ਜ਼ਿਆਦਾ ਵੱਧ ਜਾਂਦਾ ਹੈ ਕਿ ਸਾਡੇ ਜਿਹੜੇ ਲੀਡਰ ਹੈ ਉਹਨਾਂ ਨੂੰ ਤੁਸੀਂ ਗੱਲਬਾਤ ਲਈ ਬੁਲਾਇਆ ਔਰ ਉਹਨਾਂ ਨੂੰ ਤੁਸੀਂ ਅਰੈਸਟ ਕਰ ਲਿਆ। ਜੀ। ਔਰ ਜਨਰਲ ਡਾਇਰ ਜਿਹੜਾ ਹੈ ਔਰ ਉਹਨਾਂ ਦੇ ਦੁਆਰਾ 12 ਅਪ੍ਰੈਲ 1919 ਨੂੰ ਸ਼ਾਮ ਦੇ ਟਾਈਮ ਇੱਕ ਸੂਚਨਾ ਦਿੱਤੀ ਜਾਂਦੀ ਹੈ ਕਿ ਹਰ ਕਿਸਮ ਦਾ ਪ੍ਰੋਟੈਸਟ ਜਿਹੜਾ ਉਹਨੂੰ ਅਸੀਂ ਬੈਨ ਕਰਦਾ, ਕੋਈ ਵੀ ਪਬਲਿਕ ਮੀਟਿੰਗ, ਕੋਈ ਵੀ ਪ੍ਰੋਟੈਸਟ ਜਿਹੜਾ ਨਹੀਂ ਹੋਏਗਾ। ਔਰ ਆਮ ਲੋਕਾਂ ਤੱਕ ਇਹ ਗੱਲ ਪਹੁੰਚਦੀ ਵੀ ਨਹੀਂ ਹੈ। ਔਰ 13 ਅਪ੍ਰੈਲ ਨੂੰ ਵਿਸਾਖੀ ਦਾ ਦਿਨ ਹੈ ਔਰ ਲੋਕ ਜਿਹੜੇ ਹੈ ਜਲਿਆਂਵਾਲੇ ਬਾਗ ਦੇ ਵਿੱਚ ਪ੍ਰੋਟੈਸਟ ਕਰਦੇ ਆ ਔਰ ਉੱਥੇ ਹੋਰ ਵੀ ਸਭਾ ਜਿਹੜੀ ਹੈ ਉਹ ਸਜਾਈ ਜਾਂਦੀ ਹੈ ਔਰ ਸਰਕਾਰ ਦੀ ਨੀਤੀਆਂ ਦੀ ਆਲੋਚਨਾ ਕੀਤੀ ਜਾਂਦੀ ਹੈ। ਖਾਸ ਕਰਕੇ ਇਸ ਬਲੈਕ ਲਾਅ ਜਿਹੜਾ ਇਹਨੂੰ ਕ੍ਰਿਟਿਸਾਈਜ਼ ਕੀਤਾ ਜਾਂਦਾ ਜੀ। ਜਨਰਲ ਡਾਇਰ ਉੱਥੇ ਆਉਂਦਾ ਹੈ ਔਰ ਬਿਨਾਂ ਵਾਰਨਿੰਗ ਤੋਂ, ਬਿਨਾਂ ਕਿਸੇ ਫਸਟ ਇਨਫੋਰਮੇਸ਼ਨ ਤੋਂ ਔਰ ਇਮੀਡੀਏਟਲੀ ਆਰਡਰ ਕੀਤਾ ਜਾਂਦਾ ਹੈ ਫਾਇਰਿੰਗ ਦਾ। 10 ਮਿੰਟ ਤੱਕ ਫਾਇਰਿੰਗ ਚੱਲਦੀ ਹੈ ਔਰ 1650 ਰਾਊਂਡ ਫਾਇਰਿੰਗ ਕੀਤੀ ਜਾਂਦੀ ਹੈ ਜਦੋਂ ਤੱਕ ਉਹਨਾਂ ਦੀਆਂ ਗੋਲੀਆਂ ਖਤਮ ਨਹੀਂ ਹੋ ਜਾਂਦੀਆਂ। ਔਰ ਨਿਹੱਥੇ ਲੋਕ ਜਿਹੜੇ ਆ ਉਹਨਾਂ ਨੂੰ ਮਾਰਿਆ ਜਾਂਦਾ ਹੈ, ਸੈਂਕੜੇ ਲੋਕ ਜਿਹੜੇ ਆ ਉਹਨਾਂ ਦੀ ਹੱਤਿਆ ਹੁੰਦੀ ਹੈ। ਔਰ ਇਹ ਜਿਹੜਾ ਦੁਖਾਂਤ ਵਾਪਦਾ ਹੈ ਇਹ ਭਾਰਤ ਦੇ ਰਾਸ਼ਟਰੀ ਅੰਦੋਲਨ ਨੂੰ ਇੱਕ ਨਵੀਂ ਦਿਸ਼ਾ ਦਿੰਦਾ ਹੈ। ਭਾਰਤ ਦੇ ਲੋਕਾਂ ਨੂੰ, ਭਾਰਤ ਦੇ ਨੇਤਾਵਾਂ ਨੂੰ ਇਹਦਾ ਦੁੱਖ ਬਹੁਤ ਜ਼ਿਆਦਾ ਹੁੰਦਾ ਹੈ ਜੀ। ਲੇਕਿਨ ਪੂਰੀ ਦੁਨੀਆ ਦੇ ਵਿੱਚ ਵੀ ਇਹ ਪ੍ਰੋਟੈਸਟ ਕੀਤਾ ਜਾਂਦਾ ਹੈ ਔਰ ਬ੍ਰਿਟਿਸ਼ ਮੀਡੀਆ ਦੇ ਵਿੱਚ ਇਸ ਘਟਨਾ ਨੂੰ ਕ੍ਰਿਟਿਸਾਈਜ਼ ਕੀਤਾ ਜਾਂਦਾ ਹੈ। ਲੇਕਿਨ ਤੁਸੀਂ ਦੇਖੋ ਕਿ ਜਿਹੜੀ ਬ੍ਰਿਟੇਨ ਦਾ ਪਾਰਲੀਮੈਂਟ ਹੈ, ਬ੍ਰਿਟੇਨ ਦਾ ਹਾਊਸ ਆਫ ਲਾਰਡ ਹੈ, ਉਹ ਇੱਕ ਅਜਿਹਾ ਕਾਨੂੰਨ ਪਾਸ ਕਰਦੇ ਆ ਕਿ ਜਿਹੜੇ ਲੋਕ ਇਸ ਘਟਨਾ ਦੇ ਵਿੱਚ ਸ਼ਾਮਲ ਹੈ, ਇਸ ਦੁਖਾਂਤ ਦੇ ਵਿੱਚ ਸ਼ਾਮਲ ਹੈ, ਜਿਨ੍ਹਾਂ ਨੇ ਕੀਤਾ ਹੈਗਾ ਉਹਨਾਂ ਦੀ ਰੱਖਿਆ ਕੀਤੀ ਜਾਵੇ ਜੀ। ਮਤਲਬ ਉਲਟ ਵਿਵਸਥਾ ਜਿਹੜੀ ਹੈ ਸਾਨੂੰ ਕਿੱਥੇ ਬ੍ਰਿਟੇਨ ਦਾ ਜਿਹੜਾ ਇੱਕ ਅਜਿਹਾ ਚਿਹਰਾ ਦੇਖਣ ਨੂੰ ਮਿਲਦਾ ਹੈ ਜਿਸ ਵੇਲੇ ਉਹ ਐਕਟ ਪਾਸ ਕਰਦੇ ਆ ਕਿ ਉਹਨਾਂ ਲੋਕਾਂ ਦੀ ਰਾਖੀ ਕੀਤੀ ਜਾਵੇ। ਠੀਕ ਹੈ, ਫੇਸ ਸੇਵਿੰਗ ਦੇ ਲਈ ਇੱਕ ਕਮਿਸ਼ਨ ਬਣਦਾ ਹੈ, ਹੰਟਰ ਕਮਿਸ਼ਨ ਬਣਾਇਆ ਜਾਂਦਾ ਤੋ, ਲੇਕਿਨ ਉਹਦੇ ਨਾਲ ਵੀ ਭਾਰਤੀ ਜਿਹੜੇ ਆ ਉਹਨਾਂ ਨੂੰ ਅਸੰਤੋਸ਼ ਜਿਹੜਾ ਪੈਦਾ ਹੋਇਆ, ਜਿਹੜਾ ਦੁੱਖ ਪਹੁੰਚਿਆ, ਉਹਦਾ ਕੋਈ ਤੋੜ ਨਹੀਂ ਸੀ ਜੀ। ਅਲਟੀਮੇਟਲੀ ਮਹਾਤਮਾ ਗਾਂਧੀ ਜੀ ਵੀ ਇਸ ਤੋਂ ਬਹੁਤ ਹਰਟ ਹੁੰਦੇ ਆ। ਉਹ ਡਿਸਾਈਡ ਕਰਦੇ ਆ ਕਿ ਹੁਣ ਟਾਈਮ ਆ ਗਿਆ ਜਿਸ ਲਈ ਇੱਕ ਨੇਸ਼ਨ ਵਾਈਡ ਮੂਵਮੈਂਟ ਜਿਹੜੀ ਹੈ ਉਹ ਲਾਂਚ ਕੀਤੀ ਜਾਏਗੀ। ਗੱਲਬਾਤ ਨੂੰ ਹੋਰ ਅੱਗੇ ਵਧਾਈਏ, ਸਵਾਲ ਹੋਰ ਵੀ ਬਹੁਤ ਮਨ ਦੇ ਵਿੱਚ ਹੈ। ਇਹ ਤੁਹਾਡੇ ਤੋਂ ਜਾਣਨਾ ਚਾਹੁੰਦੇ ਆ ਕਿ ਜਦੋਂ ਇਹ ਅੰਦੋਲਨ ਛੇੜਿਆ ਗਿਆ ਉਸ ਵੇਲੇ ਦਾ ਸਰੂਪ ਕੈਸਾ ਸੀ। ਪਰ ਉਸ ਤੋਂ ਵੀ ਪਹਿਲਾਂ ਡਾਕਟਰ ਦਿਨੇਸ਼ ਜੀ ਤੁਹਾਡੇ ਤੋਂ ਇਹ ਸਮਝਦੇ ਆ ਕਿ ਅੱਜ ਦਾ ਯੁੱਗ ਦਾ ਜਿਵੇਂ ਟੈਕਨੋਲੋਜੀ ਦਾ ਯੁੱਗ ਹੈ ਕਿ ਕੋਈ ਵੀ ਖਬਰ ਆਉਂਦੀ ਹੈ ਤੇ ਬਹੁਤ ਜਲਦੀ ਉਹ ਥਾਂ ਤੱਕ ਪਹੁੰਚ ਜਾਂਦੀ ਹੈ। ਪਰ ਉਸ ਵੇਲੇ ਜਦੋਂ ਅੰਦੋਲਨ ਛੇੜੇ ਗਏ ਸੀ ਤੇ ਇਸ ਅੰਦੋਲਨ ਦੇ ਜਿਹੜਾ ਸਰੂਪ ਸੀ ਜਾਂ ਇਹਦੇ ਵਿੱਚ ਕਿਸ ਤਰ੍ਹਾਂ ਗਾਂਧੀ ਜੀ ਦਾ ਸਹਿਯੋਗ ਕਰਨਾ, ਇਸ ਗੱਲ ਨੂੰ ਘਰ ਘਰ ਤੱਕ ਕਿਵੇਂ ਪਹੁੰਚਾਇਆ ਗਿਆ? ਬਿਲਕੁਲ ਮੈਮ, ਜਿਸ ਵੇਲੇ ਅਸੀਂ ਇਸ ਅੰਦੋਲਨ ਨੂੰ ਦੇਖਦੇ ਹਾਂ ਇਹ ਜਨ ਜਨ ਦਾ ਅੰਦੋਲਨ ਸੀ। ਕੋਈ ਇਸ ਜਿਹੀ ਕਮਿਊਨਿਟੀ, ਕੋਈ ਅਜਿਹਾ ਵਰਗ ਨਹੀਂ ਸੀ ਜਿਹੜਾ ਕਿ ਇਸ ਅੰਦੋਲਨ ਦੇ ਵਿੱਚ ਸ਼ਾਮਲ ਨਹੀਂ ਸੀ ਜੀ। ਹਰ ਇੱਕ ਨੇ ਇਸ ਅੰਦੋਲਨ 'ਚ ਵੱਧ ਚੜ੍ਹ ਕੇ ਯੋਗਦਾਨ ਪਾਇਆ। ਮਹਾਤਮਾ ਗਾਂਧੀ ਜੀ ਜੂਨ 1920 ਦੇ ਵਿੱਚ
ਇਹ ਅੰਦੋਲਨ ਚਲਾਉਣ ਦੀ। ਕੋਈ ਪਲੇਟਫਾਰਮ ਨਹੀਂ ਹੈ ਗਾਂਧੀ ਜੀ ਕੋਲ, ਕੋਈ ਪਾਰਟੀ ਨਹੀਂ ਹੈ ਉਸ ਵੇਲੇ। ਉਹ ਖੁਦ ਅੱਗੇ ਆਉਂਦੇ ਹੈ ਔਰ ਇਸ ਘਟਨਾ ਤੋਂ ਇੰਨਾ ਦੁਖੀ ਹੈ ਔਰ ਅਨਾਉਂਸ ਕਰਦੇ ਹੈ, ਵਾਇਸਰਾਏ ਨੂੰ ਚਿੱਠੀ ਲਿਖਦੇ ਹੈ ਔਰ ਉਸ ਚਿੱਠੀ ਨੂੰ ਉਹ ਸਪਸ਼ਟ ਕਰਦੇ ਹੈ ਕਿ ਜਿਹੜੀ ਸਰਕਾਰ ਅਤਿਆਚਾਰੀ ਸਰਕਾਰ, ਜਿਹੜੀ ਸਰਕਾਰ ਲੋਕਾਂ ਦਾ ਭਲਾ ਨਹੀਂ ਕਰ ਸਕਦੀ, ਉਸ ਸਰਕਾਰ ਨੂੰ ਕਿਸੇ ਕਿਸਮ ਦਾ ਸਹਿਯੋਗ ਨਹੀਂ ਦਿੱਤਾ ਜਾ ਸਕਦਾ। ਤੋਂ ਇੱਕ ਅਸਹਿਯੋਗ ਅੰਦੋਲਨ ਦੀ ਗੱਲ ਕਰਦੇ ਆ ਔਰ ਉਸ ਲੈਟਰ ਦੇ ਵਿੱਚ ਉਹ ਡੇਟ ਮੈਂਸ਼ਨ ਕਰਦੇ ਆ ਕਿ ਅਸੀਂ 1 ਅਗਸਤ 1920 1 ਅਗਸਤ 1920 ਨੂੰ ਇਸ ਅੰਦੋਲਨ ਨੂੰ ਸ਼ੁਰੂ ਕਰਨ ਜਾ ਰਹੇ ਹਾਂ। ਔਰ ਇਹ ਅੰਦੋਲਨ ਜਿਸ ਵੇਲੇ ਸ਼ੁਰੂ ਕੀਤਾ ਜਾਂਦਾ ਹੈ, ਜਿੱਦਾਂ ਤੁਸੀਂ ਦੇਖਿਆ ਕਿ ਜਨ ਜਨ ਤੱਕ ਇਹ ਅੰਦੋਲਨ ਪਹੁੰਚਿਆ। ਕਿਵੇਂ ਇਹ ਅੰਦੋਲਨ ਜਨ ਜਨ ਤੱਕ ਪਹੁੰਚਿਆ? ਅਸਲ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਡਿਫਰੈਂਟ ਸੈਕਸ਼ਨਸ ਜਿਹੜੇ ਆ, ਚਾਹੇ ਉਹ ਕਿਸਾਨਾਂ ਦੇ ਸੈਕਸ਼ਨ ਹੈ, ਚਾਹੇ ਉਹ ਟੀਚਰਸ ਦੇ ਸੈਕਸ਼ਨ ਹੈ, ਚਾਹੇ ਉਹ ਲਾਇਰਸ ਦੇ ਸੈਕਸ਼ਨ ਹੈ, ਚਾਹੇ ਉਹ ਸਟੂਡੈਂਟਸ ਦੇ ਸੈਕਸ਼ਨ ਹੈ, ਉਹਨਾਂ ਤੱਕ ਇਸ ਅੰਦੋਲਨ ਨੂੰ ਉਹਨਾਂ ਨੂੰ ਇਸ ਅੰਦੋਲਨ ਦੇ ਵਿੱਚ ਸ਼ਾਮਲ ਕੀਤਾ ਗਿਆ। ਤੋਂ ਉਹਨਾਂ ਦੇ ਰਾਹੀਂ ਜਿਹੜੇ ਉਸ ਸਮੇਂ ਦੇ ਨਿਊਜ਼ਪੇਪਰ ਸੀਗੇ, ਉਹਨਾਂ ਨੇ ਬਹੁਤ ਇੰਪੋਰਟੈਂਟ ਰੋਲ ਪਲੇ ਕੀਤਾ, ਆਮ ਲੋਕਾਂ ਤੱਕ ਇਸ ਅੰਦੋਲਨ ਨੂੰ ਪਹੁੰਚਾਇਆ ਔਰ ਉਹਨਾਂ ਨੇ ਗਾਂਧੀ ਜੀ ਦੀ ਆਵਾਜ਼ ਨੂੰ ਸੁਣਿਆ ਔਰ ਉਹਦੇ ਤੇ ਉਹਨਾਂ ਨੇ 100% ਅਮਲ ਕੀਤਾ ਔਰ ਇਹ ਅੰਦੋਲਨ ਆਮ ਲੋਕਾਂ ਦਾ ਅੰਦੋਲਨ ਬਣਿਆ। 1 ਅਗਸਤ 1920 ਨੂੰ ਇਹ ਅੰਦੋਲਨ ਚੱਲਦਾ ਹੈ ਔਰ ਗਾਂਧੀ ਜੀ ਇੱਕ ਸਭਾ ਕਰਦੇ ਆ ਜੂਨ ਦੇ ਵਿੱਚ, ਜਿਹੜੀ ਉਹ ਸਭਾ ਹੁੰਦੀ ਹੈ ਇਲਾਹਾਬਾਦ ਦੇ ਵਿੱਚ, ਜਿਹਦੇ ਵਿੱਚ ਉਹ ਸਾਰਿਆਂ ਨੂੰ ਬੁਲਾਉਂਦੇ, ਕਿਉਂਕਿ ਉਹ ਕਿਸੇ ਇੱਕ ਪਾਰਟੀ ਜਾਂ ਕਿਸੇ ਇੱਕ ਮੰਚ ਦੇ ਉੱਤੇ ਹੈ ਹੀ ਨਹੀਂ ਹੈ। ਉਸ ਆਮ ਲੋਕਾਂ ਨੂੰ ਉਹਦੇ ਵਿੱਚ ਕਾਲ ਕਰਦੇ ਆ, ਜਿਹਦੇ ਵਿੱਚ ਅਕ੍ਰੋਸ ਦਾ ਪਾਰਟੀ ਲੋਕ ਉੱਥੇ ਪਹੁੰਚਦੇ ਆ, ਕਿਉਂਕਿ ਇੱਕ ਭਾਰਤ ਦੇ ਵਿੱਚ ਇੱਕ ਨਵੀਂ ਲਹਿਰ ਸ਼ੁਰੂ ਹੋ ਰਹੀ ਸੀ ਜੀ ਔਰ ਸਾਰੇ ਵਰਗਾਂ ਦੇ ਲੋਕ ਉੱਥੇ ਪਹੁੰਚਦੇ ਆ ਔਰ ਗਾਂਧੀ ਜੀ ਉਹਨਾਂ ਦੀ ਸ਼ਮੂਲੀਅਤ ਜਿਹੜੀ ਹੈ ਉਹਨੂੰ ਸਵੀਕਾਰ ਕਰਦੇ ਆ ਔਰ ਗਾਂਧੀ 'ਚ ਉਹ ਵਿਸ਼ਵਾਸ ਪ੍ਰਗਟ ਕਰਦੇ ਆ ਕਿ ਤੁਸੀਂ ਇਸ ਅੰਦੋਲਨ ਨੂੰ ਚਲਾਓ। ਤੇ ਜੇ ਅਸੀਂ ਇਸ ਅੰਦੋਲਨ ਦੇ ਸਵਰੂਪ ਦੀ ਗੱਲ ਕਰੀਏ ਜੀ ਜੀ, ਇਸ ਅੰਦੋਲਨ ਦਾ ਸਵਰੂਪ ਦੋ ਤਰ੍ਹਾਂ ਦਾ ਹੈ, ਇੱਕ ਨੈਗੇਟਿਵ ਤੇ ਇੱਕ ਪੋਜ਼ਿਟਿਵ, ਇੱਕ ਨਕਾਰਾਤਮਕ ਤੇ ਇੱਕ ਸਕਾਰਾਤਮਕ। ਨਕਾਰਾਤਮਕ ਦੇ ਵਿੱਚ ਕੀ ਹੈ ਕਿ ਇਹ ਕਿਹਾ ਗਿਆ ਕਿ ਅਸੀਂ ਵਿਦੇਸ਼ੀ ਚੀਜ਼ਾਂ ਨੂੰ ਛੱਡ ਦਾਂਗੇ, ਨਾ ਆ ਗਿਆ ਨਕਾਰਾਤਮਕ। ਨਾ ਅਸੀਂ ਵਿਦੇਸ਼ੀ ਕੱਪੜੇ ਯੂਜ਼ ਕਰਾਂਗੇ, ਨਾ ਅਸੀਂ ਵਿਦੇਸ਼ੀ ਸੰਸਥਾਵਾਂ ਯੂਜ਼ ਕਰਾਂਗੇ, ਕਿਸੇ ਕਿਸਮ ਦੇ ਵਿਦੇਸ਼ੀ ਸਹਾਇਤਾ ਅਸੀਂ ਨਹੀਂ ਲਵਾਂਗੇ, ਮਤਲਬ ਕੋਈ ਸਹਿਯੋਗ ਨਹੀਂ ਦੇਵਾਂਗੇ, ਕੋਈ ਯੂਜ਼ ਨਹੀਂ ਕਰਾਂਗੇ, ਅਸੀਂ ਬਿਲਕੁਲ ਛੱਡ ਦਾਂਗੇ ਔਰ ਉਹਦੇ ਉਲਟ ਅਸੀਂ ਸਵਦੇਸ਼ੀ ਨੂੰ ਅਡਾਪਟ ਕਰਾਂਗੇ। ਇਹ ਤਾਂ ਪੋਜ਼ਿਟਿਵ ਐਸਪੈਕਟ ਹੈ। ਔਰ ਲਗਭਗ 800 ਦੇ ਕਰੀਬ ਰਾਸ਼ਟਰੀ ਸਿੱਖਿਆ ਸੰਸਥਾਨ ਸਥਾਪਿਤ ਕੀਤੇ ਗਏ। ਅੱਛਾ, ਇਸੇ ਸਮੇਂ ਦੇ ਦੌਰਾਨ ਅਗਰ ਅਸੀਂ ਦੇਖਦੇ ਹਾਂ 800 ਦੇ ਕਰੀਬ ਸਿੱਖਿਆ ਸੰਸਥਾਨ ਐਸਟੈਬਲਿਸ਼ ਹੁੰਦੇ ਆ ਔਰ ਵਿਦੇਸ਼ੀ ਸੰਸਥਾਵਾਂ ਨੂੰ ਛੱਡ ਦਿੱਤਾ ਜਾਂਦਾ ਜੀ। ਔਰ ਇਹਦੇ ਵਿੱਚ ਬਹੁਤ ਇੰਪੋਰਟੈਂਟ ਹੈ, ਚਾਹੇ ਅਸੀਂ ਕਾਸ਼ੀ ਵਿਦਿਆਪੀਠ ਦੀ ਗੱਲ ਕਰੀਏ, ਬਿਹਾਰ ਵਿਦਿਆਪੀਠ ਦੀ ਗੱਲ ਕਰਦੇ ਹਾਂ ਜਾਂ ਗੁਜਰਾਤ ਵਿਦਿਆਪੀਠ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਇਸ ਤਰ੍ਹਾਂ ਦੀਆਂ ਜਿਹੜੇ ਰਾਸ਼ਟਰੀ ਸੰਸਥਾਨ ਹੈ ਉਹ ਸਾਹਮਣੇ ਆਉਂਦੇ ਆ, ਜਿਹੜੇ ਕਿ ਰਾਸ਼ਟਰੀ ਸਿੱਖਿਆ ਦੇਣੀ ਸ਼ੁਰੂ ਕਰਦੇ ਆ। ਤਾਂ ਇਹ ਤਾਂ ਪੋਜ਼ਿਟਿਵ ਐਸਪੈਕਟ ਵਿਕਸਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿੱਥੇ ਬਾਈਕਾਟ ਆਫ ਵਿਦੇਸ਼ੀ ਹੈ, ਉਹਨੇ ਵੀ ਬੜਾ ਇੰਪੋਰਟੈਂਟ ਰੋਲ ਪਲੇ ਕੀਤਾ, ਖਾਸ ਕਰਕੇ ਵਿਦੇਸ਼ੀ ਕੱਪੜੇ ਔਰ ਵਿਦੇਸ਼ੀ ਲਿਕਰ, ਵਿਦੇਸ਼ੀ ਸ਼ਰਾਬ, ਉਹਨੂੰ ਛੱਡਣ ਦੀ ਗੱਲ ਕੀਤੀ ਗਈ। ਔਰ ਇਹਦੀ ਸਕਸੈਸ ਦੇਖੋ ਤੁਸੀਂ, 1920-1921 ਦੇ ਦੌਰਾਨ ਜਿਹੜਾ ਵਿਦੇਸ਼ੀ ਕੱਪੜਿਆਂ ਦਾ ਇੰਪੋਰਟ ਸੀ, ਜਿਹੜੇ ਅਸੀਂ ਬਾਹਰੋਂ ਮੰਗਵਾਉਂਦੇ ਸੀ, ਉਹ 102 ਕਰੋੜ ਸੀ, ਜਿਹੜਾ ਕਿ ਘਟ ਕੇ 57 ਕਰੋੜ ਰਹਿ ਗਿਆ। ਅੱਛਾ, ਵਿਦੇਸ਼ੀ ਕੱਪੜੇ ਜਿਹੜੇ ਇੰਨੇ ਮਤਲਬ ਲੋਕਾਂ ਨੇ ਤਿਆਗ ਦਿੱਤੇ ਔਰ ਇੱਕ ਛੋਟੇ ਗਰੁੱਪਸ ਬਣਦੇ ਸੀਗੇ ਗਲੀਆਂ ਦੇ ਵਿੱਚ, ਜਿਹੜੇ ਕਿ ਘਰਾਂ ਦੇ ਵਿੱਚ ਜਾਂਦੇ ਸੀ ਔਰ ਲੋਕਾਂ ਨੂੰ ਪ੍ਰੇਰਿਤ ਕਰਦੇ ਸੀ। ਜੇ ਤੁਸੀਂ ਪੁੱਛਿਆ ਕਿ ਕਿਵੇਂ ਲੋਕਾਂ ਤੱਕ ਪਹੁੰਚਿਆ, ਤਾਂ ਲੋਕਾਂ ਦੀ ਇਹ ਚੇਨ ਬਣੀ, ਲੋਕਾਂ ਦੀ ਇਹ ਚੇਨ ਬਣੀ ਜਿਹਨੂੰ ਅਸੀਂ ਪਿਕਟਿੰਗ ਬੋਲਦੇ ਹਾਂ, ਇੱਕ ਦੂਸਰੇ ਨਾਲ ਹੱਥ ਜੋੜ ਕੇ ਅੱਗੇ ਜਾਣਾ ਔਰ ਇਸ ਅੰਦੋਲਨ ਦੇ ਲਈ ਲੋਕਾਂ ਦੇ ਕੋਲੋਂ ਕੱਪੜੇ ਮੰਗਣੇ, ਤੁਸੀਂ ਵਿਦੇਸ਼ੀ ਚੀਜ਼ਾਂ, ਵਿਦੇਸ਼ੀ ਕੱਪੜੇ ਦਿਓ ਔਰ ਸ਼ਾਮ ਨੂੰ ਉਸ ਨੂੰ ਸਭਾ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਅੱਗ ਲਗਾਉਣੀ ਔਰ ਸਵਦੇਸ਼ੀ ਦਾ ਪ੍ਰਚਾਰ ਕਰਨਾ। ਤਾਂ ਇਹ ਅੰਦੋਲਨ ਇੱਕ ਕਹਿ ਲਓ ਕਿ ਜਨ ਜਨ ਦਾ ਅੰਦੋਲਨ ਬਣ ਗਿਆ। ਦੂਸਰਾ ਅਸੀਂ ਅਗਰ ਦੇਖਦੇ ਹਾਂ ਕਿ ਵਿਦੇਸ਼ੀ ਜਿਹੜੀ ਆਫਿਸਿਸ ਹੈ, ਵਿਦੇਸ਼ੀ ਇੰਸਟੀਟਿਊਸ਼ਨਸ ਹੈ, ਬਹੁਤ ਸਾਰੇ ਪ੍ਰੋਮੀਨੈਂਟ ਲਾਇਰ ਸੀਗੇ, CR ਦਾਸ ਹੈ, ਡਾਕਟਰ ਰਜਿੰਦਰ ਪ੍ਰਸਾਦ ਹੈ, ਇਹਨਾਂ ਸਾਰੇ ਲਾਇਰਸ ਨੇ ਆਪਣੀ ਜਿਹੜੀ ਜੌਬਸ ਹੈ, ਸਰਦਾਰ ਵੱਲਭ ਭਾਈ ਪਟੇਲ ਜੀ, ਉਹਨਾਂ ਨੇ ਵੀ ਇਸ ਅੰਦੋਲਨ ਦੇ ਵਿੱਚ ਯੋਗਦਾਨ ਪਾਇਆ ਔਰ ਆਪਣੀ ਲਾਇਰਸ ਦੀ ਜਿਹੜੀ ਆਪਣੀ ਪ੍ਰੈਕਟਿਸ ਸੀਗੀ, ਜਿਹੜੀ ਕਿ ਉਹ ਬ੍ਰਿਟਿਸ਼ ਕੋਰਟਸ ਦੇ ਵਿੱਚ ਕਰਦੇ ਸੀ, ਉਹਨਾਂ ਨੂੰ ਉਹਨਾਂ ਨੇ ਤਿਆਗ ਦਿੱਤਾ ਔਰ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਜੇ ਵੀ ਆਪਣੇ ਝਗੜੇ ਆ, ਆਪਣੇ ਜਿਹੜੇ ਕੋਈ ਇਸ਼ੂਜ਼ ਹੈ, ਉਹਨਾਂ ਨੂੰ ਆਪਸ 'ਚ ਬੈਠ ਕੇ ਰਿਜ਼ੋਲਵ ਕਰੋ, ਅੰਗਰੇਜ਼ਾਂ ਦੇ ਸੰਸਥਾਵਾਂ ਦੀ ਅਸੀਂ ਸਹਾਇਤਾ ਨਹੀਂ ਲੈਣੀ ਜੀ। ਔਰ ਇਹ ਇਤਿਹਾਸਿਕ ਤੱਥ ਹੈ ਕਿ ਇਹ ਅੰਦੋਲਨ ਪੂਰੇ ਭਾਰਤ ਦੇ ਵਿੱਚ ਬਹੁਤ ਸਕਸੈਸਫੁਲੀ ਫੈਲਿਆ ਔਰ ਇਸ ਅੰਦੋਲਨ ਦੇ ਦੋ ਮੁੱਖ ਆਧਾਰ ਸੀਗੇ, ਇੱਕ ਸੱਚ ਤੇ ਦੂਸਰਾ ਅਹਿੰਸਾ। ਕਿਤੇ ਕੋਈ ਅਹਿੰਸਾਤਮਕ ਕਹਿ ਲਓ ਕਿ ਪੂਰੀ ਤਰ੍ਹਾਂ ਨਾਲ ਹਿੰਸਾਤਮਕ ਘਟਨਾ ਸਾਨੂੰ ਦੇਖਣ ਨੂੰ ਨਹੀਂ ਮਿਲਦੀ ਔਰ ਪੂਰਾ ਅੰਦੋਲਨ ਜਿਹੜਾ ਇਹ ਪੂਰੇ ਦੇਸ਼ ਦੇ ਵਿੱਚ ਫੈਲ ਜਾਂਦਾ ਹੈ ਔਰ ਅੰਗਰੇਜ਼ੀ ਸ਼ਾਸਨ ਜਿਹੜਾ ਉਹ ਇਹਦੇ ਕੋਲੋਂ ਤੰਗ ਆ ਜਾਂਦਾ ਜੀ। ਇੱਥੇ ਮੈਂ ਇਹ ਵੀ ਚੀਜ਼ ਕਲੀਅਰ ਕਰਾਂ ਕਿ ਇਹ ਐਕਚੁਅਲੀ ਇੱਕ ਫੇਜ਼ ਹੈ, ਫਸਟ ਫੇਜ਼ ਹੈ ਅਸਹਿਯੋਗ ਅੰਦੋਲਨ। ਤਾਂ ਗਾਂਧੀ ਜੀ ਬੜੇ ਕਿਉਂਕਿ ਉਹਨਾਂ ਨੇ ਇੱਦਾਂ ਦੇ ਅੰਦੋਲਨ ਜਿਹੜੇ ਆ ਸਾਊਥ ਅਫਰੀਕਾ 'ਚ ਵੀ ਚਲਾਏ ਸੀ,
ਸੱਤਿਆਗ੍ਰਹਿ ਦੇ ਜਿਹੜੇ ਅੰਦੋਲਨ ਜੀ ਜੀ ਉਹ ਇਸ ਗੱਲ ਤੋਂ ਬੜੇ ਸਪਸ਼ਟ ਸੀ ਕਿ ਅਸੀਂ ਇੱਕ ਫੇਜ਼ ਅਗਰ ਕਾਮਯਾਬੀ ਦੇ ਨਾਲ ਪੂਰਾ ਕਰ ਲਿਆ ਅਸਹਿਯੋਗ ਅੰਦੋਲਨ ਦਾ, ਤੇ ਨੈਕਸਟ ਸਟੈਪ ਜਿਹੜਾ ਸਾਡਾ ਹੋਏਗਾ ਉਹ ਹੋਏਗਾ ਸਿਵਲ ਡਿਸਓਬੀਡੀਐਂਸ ਦਾ, ਜੀ ਨਾਫਰਮਾਨੀ ਦਾ, ਜੀ ਜਿਹਦੇ ਵਿੱਚ ਅਸੀਂ ਅੰਗਰੇਜ਼ਾਂ ਦੇ ਅਤਿਆਚਾਰੀ ਕਾਨੂੰਨਾਂ ਦਾ ਪਾਲਨ ਕਰਨਾ ਛੱਡ ਦੇਵਾਂਗੇ। ਜੀ ਜੀ ਵਿਸਤਾਰ ਦੇ ਨਾਲ ਇਹਦੇ ਬਾਰੇ ਵੀ ਜਾਣਾਂਗੇ, ਪਰ ਉਸ ਤੋਂ ਵੀ ਪਹਿਲਾਂ ਗੱਲ ਇਹ ਕਰਦੇ ਹਾਂ ਕਿ ਅਸਹਿਯੋਗ ਜਿਹੜਾ ਅੰਦੋਲਨ ਹੈ ਉਹ ਕਿੰਨੀ ਦੇਰ ਚੱਲਿਆ, ਗਾਂਧੀ ਜੀ ਦੀ ਅਗਵਾਈ ਹੇਠ ਕਿੰਨੀ ਦੇਰ ਇਹ ਅੰਦੋਲਨ ਚੱਲਿਆ ਤੇ ਕਦੋਂ ਇਹ ਅੰਦੋਲਨ ਸਮਾਪਤ ਹੋਇਆ? ਬਿਲਕੁਲ ਮੈਮ, ਜਿਸ ਤਰ੍ਹਾਂ ਅਸੀਂ ਦੇਖਿਆ ਕਿ ਇਹ ਅੰਦੋਲਨ 1 ਅਗਸਤ 1920 ਨੂੰ ਸ਼ੁਰੂ ਹੁੰਦਾ ਹੈ ਔਰ ਬੜੀ ਸਫਲਤਾ ਦੇ ਨਾਲ ਇਹ ਅੰਦੋਲਨ ਚੱਲਦਾ ਹੈ ਔਰ ਇਸੇ ਦਿਨ, ਅੱਜ ਦਾ ਦਿਨ ਜਿਹੜਾ ਇਸੇ ਦਿਨ ਮਹਾਨ ਸੁਤੰਤਰਤਾ ਸੈਨਾਨੀ ਫਰੀडम ਫਾਈਟਰ ਬਾਲ ਗੰਗਾਧਰ ਤਿਲਕ ਜਿਹੜੇ ਆ ਉਹਨਾਂ ਦਾ ਨਿਧਨ ਹੁੰਦਾ ਹੈ। ਅੱਛਾ। ਉਹਨਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਵੱਡੀ ਸਭਾ ਜਾਂਦੀ ਹੈ, ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ, ਨਮਨ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਇਹ ਅੰਦੋਲਨ ਸ਼ੁਰੂ ਕੀਤਾ ਜਾਂਦਾ ਹੈ। ਤਾਂ ਬਾਲ ਗੰਗਾਧਰ ਤਿਲਕ ਜੀ ਦੇ ਨਾਮ ਦੇ ਉੱਪਰ ਗਾਂਧੀ ਜੀ ਇੱਕ ਫੰਡ ਸ਼ੁਰੂ ਕਰਦੇ ਆ, ਤਿਲਕ ਸਵਰਾਜ ਫੰਡ, ਜਿਹਦੇ ਵਿੱਚ ਉਹ ਲੋਕਾਂ ਨੂੰ ਪ੍ਰੇਰਿਤ ਕਰਦੇ ਆ ਕਿ ਥੋੜੇ ਥੋੜੇ ਪੈਸੇ ਤੁਸੀਂ ਇਸ ਫੰਡ ਦੇ ਵਿੱਚ ਪਾਓ, ਕਿਉਂਕਿ ਪੈਸੇ ਦੀ ਵੀ ਜ਼ਰੂਰਤ ਹੈ। ਔਰ ਇਹ ਫੰਡ ਜਿਹੜਾ ਕੁਝ ਮਹੀਨਿਆਂ ਦੇ ਵਿੱਚ 1 ਕਰੋੜ ਰੁਪਏ ਦਾ ਫੰਡ ਬਣ ਜਾਂਦਾ ਹੈ। ਅੱਛਾ। ਜਸਟ ਤੁਸੀਂ ਦੇਖੋ ਕਿ ਆਮ ਲੋਕਾਂ ਨੇ ਕਿਵੇਂ ਕੰਟਰੀਬਿਊਟ ਕੀਤਾ। ਔਰਤਾਂ ਕੰਟਰੀਬਿਊਟ ਕਰ ਰਹੀਆਂ, ਆਪਣੀ ਜਿਊਲਰੀ, ਆਪਣੇ ਗਹਿਣੇ ਜਿਹੜੇ ਆ ਉਹ ਇਸ ਫੰਡ ਨੂੰ ਡੋਨੇਟ ਕਰ ਰਹੀਆਂ, ਕਿਉਂਕਿ ਉਦੇਸ਼ ਬੜਾ ਕਲੀਅਰ ਹੈ। ਔਰ ਇਹ ਅਜਿਹਾ ਇੱਕ ਮਾਹੌਲ ਬਣ ਗਿਆ ਉਸ ਵੇਲੇ ਕਿ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਸੀ ਕਿ ਅਸੀਂ ਹੁਣ ਇੱਥੇ ਭਾਰਤ ਦੇ ਵਿੱਚ ਜ਼ਿਆਦਾ ਦੇਰ ਤੱਕ ਸਟੇ ਨਹੀਂ ਕਰ ਸਕਦੇ। ਔਰ ਇੱਕ ਘਟਨਾ ਜਿਹੜੀ ਹੈ, ਜਿਹੜੀ ਇੱਕ ਦੁਖਾਂਤ ਵਾਪਰਦਾ ਹੈ, ਜਿਹਦੇ ਨਾਲ ਇਸ ਅੰਦੋਲਨ ਨੂੰ ਵਾਪਸ ਲਿੱਤਾ ਜਾਂਦਾ ਹੈ। ਤਾਂ 5 ਫਰਵਰੀ 1922 ਨੂੰ ਚੋਰੀ ਚੋਰਾ ਯੂਪੀ ਦੇ ਵਿੱਚ ਗੋਰਖਪੁਰ ਤੋਂ 30 ਕਿਲੋਮੀਟਰ ਦੂਰ ਜਗ੍ਹਾ ਹੈ, ਜਿੱਥੇ ਕਿ ਇੱਕ ਪੁਲਿਸ ਚੌਂਕੀ ਨੂੰ ਲੋਕਾਂ ਦੀ ਜਿਹੜੀ ਭੀੜ ਹੈ ਉਹ ਅੱਗ ਲਗਾ ਦਿੰਦੀ ਹੈ ਜੀ ਔਰ 22 ਪੁਲਿਸ ਵਾਲੇ ਜਿਹੜੇ ਆ ਉਹਦੇ 'ਚ ਮਾਰੇ ਜਾਂਦੇ ਆ। ਹੁੰਦਾ ਅਸਲ ਦੇ ਵਿੱਚ ਇਹ ਹੈ ਕਿ ਲੋਕ ਜਿਹੜੇ ਆ ਉਹ ਅਹਿੰਸਾਤਮਕ ਰਹਿ ਕੇ ਇਸ ਅੰਦੋਲਨ ਨੂੰ ਚਲਾਉਂਦੇ ਆ, ਸਭਾ ਕਰਦੇ ਆ, ਲੇਕਿਨ ਜਿਵੇਂ ਜਿਵੇਂ ਇਹ ਅੰਦੋਲਨ ਪਾਪੂਲਰ ਹੋਣਾ ਸ਼ੁਰੂ ਹੋ ਜਾਂਦਾ ਹੈ, ਬ੍ਰਿਟਿਸ਼ ਸਰਕਾਰ ਜਿਹੜੀ ਹੈ ਉਹ ਲੋਕਾਂ ਨੂੰ ਪ੍ਰਦਰਸ਼ਨ ਕਰਨ ਤੋਂ ਵੀ ਰੋਕਦੀ ਹੈ, ਬੈਨ ਕਰ ਦਿੰਦੀ ਹੈ ਹਰ ਤਰ੍ਹਾਂ ਦੇ ਪ੍ਰਦਰਸ਼ਨ ਜੀ ਔਰ ਪੀਸਫੁਲ ਪ੍ਰਦਰਸ਼ਨ ਜਿਹੜੇ ਆ, ਡੈਮੋਸਟ੍ਰੇਸ਼ਨ ਜਿਹੜੇ ਆ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਜੀ ਜੀ ਔਰ ਲੋਕਾਂ ਦੇ ਉੱਪਰ ਪਥਰਾਓ ਕੀਤਾ ਜਾਂਦਾ, ਲੋਕਾਂ ਦੇ ਲਾਠੀ ਚਾਰਜ ਕੀਤਾ ਜਾਂਦਾ ਔਰ ਭੀੜ ਜਿਹੜੀ ਹੈ ਜਿੱਤੇ ਲਾਠੀ ਚਾਰਜ ਕੀਤਾ ਗਿਆ ਉਹ ਪੁਲਿਸ ਵਾਲਿਆਂ ਨੂੰ ਜਿਸ ਵੇਲੇ ਭਜਾਉਂਦੀ ਹੈ, ਪੁਲਿਸ ਵਾਲੇ ਆਪਣੀ ਪੁਲਿਸ ਚੌਂਕੀ 'ਚ ਜਾਂਦੇ ਆ ਔਰ ਉੱਥੇ ਅੱਗ ਲਗਾਤੀ ਜਾਂਦੀ, ਜਿਹਦੇ ਨਾਲ 22 ਪੁਲਿਸ ਵਾਲੇ ਮਾਰੇ ਗਏ। ਔਰ ਗਾਂਧੀ ਜੀ ਨੂੰ ਇਸ ਘਟਨਾ ਤੋਂ ਬਹੁਤ ਦੁੱਖ ਲੱਗਦਾ, ਕਿਉਂਕਿ ਉਹ ਆਪਣੀ ਆਟੋਬਾਇਓਗ੍ਰਾਫੀ 'ਚ ਲਿਖਦੇ ਆ ਕਿ ਮੈਂ ਹਰ ਚੀਜ਼ ਜਿਹੜੀ ਹੈ ਦੇਸ਼ ਦੇ ਲਈ ਤਿਆਗ ਕਰ ਸਕਦਾ ਹੈ, ਦੇਸ਼ ਦੇ ਲਈ ਬਲੀਦਾਨ ਕਰ ਸਕਦਾ ਹੈ, ਸਿਵਾਏ ਸੱਚ ਤੇ ਅਹਿੰਸਾ। ਤੋਂ ਗਾਂਧੀ ਜੀ ਜਿਹੜੇ ਹੈ ਇਮੀਡੀਏਟਲੀ ਆਪਣਾ ਮਾਈਂਡ ਬਣਾਉਂਦੇ ਆ ਕਿ ਮੈਂ ਇਸ ਅੰਦੋਲਨ ਨੂੰ ਵਾਪਸ ਲੈ ਔਰ ਅਲਟੀਮੇਟਲੀ ਫਰਵਰੀ 1922 ਨੂੰ ਉਹ ਇਸ ਘਟਨਾ ਤੋਂ ਬਾਅਦ ਇਸ ਅੰਦੋਲਨ ਨੂੰ ਵਾਪਸ ਲੈਣ ਦਾ ਫੈਸਲਾ ਕਰਦੇ ਆ। ਚਾਹੇ ਉਸ ਵੇਲੇ ਕੁਝ ਲੀਡਰ ਇਸ ਵਿਊ ਨੂੰ ਮੰਨਦੇ ਆ ਕਿ ਸਾਨੂੰ ਇਹ ਅੰਦੋਲਨ ਵਾਪਸ ਨਹੀਂ ਲੈਣਾ ਚਾਹੀਦਾ, ਕਿਉਂਕਿ ਇਹ ਅੰਦੋਲਨ ਬਹੁਤ ਪਪੂਲਰ ਹੋ ਚੁੱਕਾ ਹੈ, ਬ੍ਰਿਟਿਸ਼ ਸਰਕਾਰ ਇਸ ਅੰਦੋਲਨ ਤੋਂ ਪੂਰੀ ਤਰ੍ਹਾਂ ਨਾਲ ਡਰ ਚੁੱਕੀ ਹੈ। ਔਰ ਗਾਂਧੀ ਜੀ ਪਰ ਇਹ ਮੰਨਦੇ ਆ ਕਿ ਸੁਤੰਤਰਤਾ ਦੇ ਲਈ, ਦੇਸ਼ ਦੀ ਵਿਵਸਥਾ ਨੂੰ ਚਲਾਉਣ ਦੇ ਲਈ ਪਹਿਲੀ ਕੰਡੀਸ਼ਨ ਜਿਹੜੀ ਹੈ ਉਹ ਅਹਿੰਸਾ ਹੈ ਔਰ ਸੱਚ ਹੈ। ਲੋਕਾਂ ਨੇ ਹਲੇ ਤੱਕ ਉਹਨਾਂ ਦਾ ਮੰਨਣਾ ਸੀ ਕਿ ਸੱਚ ਔਰ ਅਹਿੰਸਾ ਦਾ ਪਾਠ ਜਿਹੜਾ ਪੜ੍ਹਿਆ ਨਹੀਂ ਹੈ ਜੀ। ਤਾਂ ਹਲੇ ਉਹ ਟਾਈਮ ਨਹੀਂ ਆਇਆ ਜਿਸ ਵੇਲੇ ਅਸੀਂ ਉਸ ਲੈਵਲ ਤੱਕ ਪਹੁੰਚ ਗਏ ਹਾਂ ਕਿ ਸਾਨੂੰ ਆਜ਼ਾਦੀ ਮਿਲੇ, ਹਲੇ ਉਸ ਨੂੰ ਟਾਈਮ ਲੱਗੇਗਾ। ਤਾਂ ਗਾਂਧੀ ਜੀ ਨੇ ਉਸ ਸਿਧਾਂਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਇਸ ਅੰਦੋਲਨ ਨੂੰ ਵਾਪਸ ਲਿੱਤਾ ਔਰ ਗਾਂਧੀ ਜੀ ਨੂੰ ਗ੍ਰਿਫਤਾਰ ਕੀਤਾ ਗਿਆ, ਉਹਨਾਂ ਦੇ ਉੱਪਰ ਮੁਕੱਦਮਾ ਚਲਾਇਆ ਗਿਆ ਔਰ 6 ਸਾਲ ਵਾਸਤੇ ਉਹਨਾਂ ਦੀ ਸਜ਼ਾ ਸੁਣਾਈ ਗਈ, ਲੇਕਿਨ ਉਹਨਾਂ ਨੂੰ 1924 ਦੇ ਵਿੱਚ ਰਿਹਾ ਕੀਤਾ ਗਿਆ ਜੀ। ਤੇ ਇਸ ਅੰਦੋਲਨ ਦੀ ਅਸੀਂ ਜਿਵੇਂ ਗੱਲ ਕਰ ਰਹੇ ਹਾਂ, ਤੇ ਜਦੋਂ ਇਹ ਅੰਦੋਲਨ ਵਾਪਸ ਲੈ ਲਿਆ ਗਿਆ ਜੀ, ਉਸ ਤੋਂ ਬਾਅਦ ਵੀ ਇਹਦਾ ਅਸਰ ਜਿਹੜਾ ਹੈ ਉਹ ਪੂਰੇ ਦੇਸ਼ ਦੇ ਵਿੱਚ ਦੇਖਣ ਨੂੰ ਜ਼ਰੂਰ ਮਿਲਿਆ ਹੋਵੇਗਾ। ਇਹ ਤੁਹਾਡੇ ਤੋਂ ਅਸੀਂ ਸਮਝਾਂਗੇ ਕਿ ਕੀ ਅਸਰ ਪਿਆ ਇਸ ਅੰਦੋਲਨ ਦਾ। ਜੀ ਦੇਖੋ ਮੈਮ, ਪਹਿਲਾ ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਸੀ ਉਹ ਇਹ ਸੀ ਕਿ ਇਸ ਅੰਦੋਲਨ ਨੇ ਬ੍ਰਿਟਿਸ਼ ਸਾਮਰਾਜ ਦੀ ਨੀਂਹ ਨੂੰ ਹਿਲਾਤਾ ਸੀ। ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਅਸੀਂ ਇੱਥੇ ਜ਼ਿਆਦਾ ਦੇਰ ਤੱਕ ਰੁਕ ਨਹੀਂ ਸਕਦੇ। ਉਹਦਾ ਕਾਰਨ ਇਹ ਹੈ ਕਿ ਇਹ ਅੰਦੋਲਨ ਆਮ ਲੋਕਾਂ ਦਾ ਅੰਦੋਲਨ ਬਣ ਗਿਆ ਸੀ। ਇਸ ਤੋਂ ਪਹਿਲਾਂ ਜਿਹੜੇ ਅੰਦੋਲਨ ਚੱਲੇ, ਚਾਹੇ ਉਹ ਸਵਦੇਸ਼ੀ ਅੰਦੋਲਨ 1906 ਦਾ ਅੰਦੋਲਨ ਸੀਗਾ ਜਾਂ ਚੰਪਾਰਨ ਦਾ ਅੰਦੋਲਨ ਹੈ, ਖੇੜਾ ਦਾ ਅੰਦੋਲਨ ਹੈ, ਉਹ ਇੱਕ ਬੈਲਟ ਤੱਕ, ਇੱਕ ਏਰੀਏ ਤੱਕ ਸੀਮਤ ਰਹੇ ਆ ਜਾਂ ਇੱਕ ਵਰਗ ਤੱਕ ਸੀਮਤ ਰਹੇ, ਜਾਂ ਕਿਸਾਨਾਂ ਦਾ ਅੰਦੋਲਨ ਰਿਹਾ ਜੀ। ਆਮ ਤੌਰ ਤੇ ਇਦਾਂ ਦੇ ਅੰਦੋਲਨ ਜਿਹੜੇ ਹੈ ਉਹਨਾਂ ਦੀ ਮਿਸਾਲ ਬਹੁਤ ਘੱਟ ਮਿਲਦੀ ਹੈ ਔਰ ਉਹ ਵੀ ਪੂਰਾ ਦਾ ਪੂਰਾ ਅਹਿੰਸਾਤਮਕ ਅੰਦੋਲਨ ਹੋਵੇ, ਸੱਚ ਦੇ ਸਿਧਾਂਤ ਤੇ ਆਧਾਰਿਤ ਹੋਵੇ ਜੀ।
ਤੋ ਅਜਿਹਾ ਅੰਦੋਲਨ ਨੂੰ ਕੰਟਰੋਲ ਕਰਨਾ ਬ੍ਰਿਟਿਸ਼ ਸਾਮਰਾਜ ਦੇ ਲਈ ਬਹੁਤ ਔਖਾ ਹੋ ਗਿਆ ਸੀ, ਲੇਕਿਨ ਉਹ ਇਸ ਘਟਨਾ ਅਜਿਹੀ ਵਾਪਰੀ ਜਿਸ ਦੇ ਕਾਰਨ ਇਸ ਅੰਦੋਲਨ ਨੂੰ ਵਿਡਰਾਅ ਕਰਨਾ ਪੜਾ। ਲੇਕਿਨ ਸਭ ਤੋਂ ਇੰਪੋਰਟੈਂਟ ਚੀਜ਼ ਇਹੀ ਸੀ ਕਿ ਲੋਕ ਜਿਹੜੇ ਹੈ ਉਹ ਹੁਣ ਮੈਂਟਲੀ ਪ੍ਰਿਪੇਅਰ ਹੋ ਗਏ ਸੀ। ਔਰ ਜਿਵੇਂ ਅਸੀਂ ਦੇਖਦੇ ਹਾਂ ਕਿ ਇਹ ਅੰਦੋਲਨ ਦੇ ਵਿੱਚ ਜਦੋਂ ਬਾਲ ਗੰਗਾਧਰ ਤਿਲਕ ਜੀ ਦਾ ਨਾਮ ਅਸੀਂ ਲੈਂਦੇ ਹਾਂ, ਉਹਨਾਂ ਨੇ ਵੀ ਇਹ ਨਾਰਾ ਦਿੱਤਾ ਸੀ ਕਿ ਸਵਰਾਜਯ ਮੇਰਾ ਜਨਮ ਸਿੱਧ ਅਧਿਕਾਰ ਹੈ ਤੇ ਮੈਂ ਇਹਨੂੰ ਲੈ ਕੇ ਰਵਾਂਗਾ। ਉਹਨਾਂ ਦੀ ਕੰਟਰੀਬਿਊਸ਼ਨ, ਚਾਹੇ ਉਹ ਐਕਸਟ੍ਰੀਮਿਸਟ ਜਿਹੜਾ ਗਰੁੱਪ ਰਿਹਾ ਉਹਨਾਂ ਦੀ ਕੰਟਰੀਬਿਊਸ਼ਨ, ਮੈਂ ਪਹਿਲਾਂ ਵੀ ਇਹ ਗੱਲ ਕੀਤੀ ਕਿ ਇਸ ਸੁਤੰਤਰਤਾ ਸੰਘਰਸ਼ ਦੇ ਵਿੱਚ ਹਰ ਵਰਗ ਦਾ ਯੋਗਦਾਨ ਹੈ। ਬਿਲਕੁਲ, ਕਿਸੇ ਨੂੰ ਘੱਟ ਜਾਂ ਵੱਧ ਕਰਕੇ ਨਹੀਂ ਦੇਖਿਆ ਜਾ ਸਕਦਾ, ਹਰ ਇੱਕ ਨੇ ਕੰਟਰੀਬਿਊਟ ਕੀਤਾ। ਔਰ ਉਹ ਜਿਹੜਾ ਨਾਰਾ ਸੀ ਸਵਰਾਜ ਵਾਲਾ, ਉਹਨੇ ਲੋਕਾਂ ਨੂੰ ਇੰਨਾ ਪ੍ਰੇਰਿਤ ਕਰਤਾ ਸੀ ਕਿ ਲੋਕ ਜਿਹੜਾ ਹੈ ਉਹਨਾਂ ਨੂੰ ਲੱਗਦਾ ਸੀ ਕਿ ਇਸ ਦੇਸ਼ ਸਾਡਾ ਹੈ ਔਰ ਅਸੀਂ ਇਹਦੇ ਲਈ ਆਪਣਾ ਸਮਰਪਣ, ਆਪਣਾ ਤਿਆਗ ਕਰਕੇ ਦੇਸ਼ ਨੂੰ ਆਜ਼ਾਦ ਕਰਵਾਉਣਾ ਹੈ। ਤਾਂ ਇਹ ਇੱਕ ਮਾਹੌਲ ਜਿਹੜਾ ਦੇਸ਼ ਦੇ ਵਿੱਚ ਬਣ ਗਿਆ ਸੀਗਾ, ਜਿਹਦੇ ਨਾਲ ਬ੍ਰਿਟਿਸ਼ ਸਾਮਰਾਜ ਜਿਹੜਾ ਉਹਦੀ ਨੀਂਹ ਜਿਹੜੀ ਆ ਪੂਰੀ ਤਰ੍ਹਾਂ ਨਾਲ ਹਿੱਲ ਗਈ ਸੀ ਜੀ। ਤੇ ਇਸ ਦੇ ਨਾਲ ਹੀ ਗੱਲ ਕਰਾਂਗੇ, ਜਿਸ ਤਰ੍ਹਾਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਕਿ ਸਵਿਨੈ ਅਵਗਿਆ ਅੰਦੋਲਨ, ਸਿਵਲ ਡਿਸਓਬੀਡੀਐਂਸ ਅੰਦੋਲਨ ਜਿਹੜਾ ਹੈ, ਇਹਦੇ ਬਾਰੇ ਵਿਸਥਾਰ ਨਾਲ ਤੁਹਾਡੇ ਤੋਂ ਜਾਣਦੇ ਹਾਂ ਕਿ ਇਹ ਕਿਵੇਂ ਇਸ ਅੰਦੋਲਨ ਦੇ ਨਾਲ ਜੁੜਿਆ ਹੋਇਆ ਹੈ ਜਾਂ ਕਿ ਇਹ ਵੀ ਇੰਪੈਕਟ ਹੈ। ਬਿਲਕੁਲ ਇਸ ਤਰ੍ਹਾਂ ਮੈਮ, ਇੱਕ ਸੀਰੀਜ਼ ਹੈ, ਸੀਰੀਜ਼ ਆਫ ਮੂਵਮੈਂਟਸ ਹੈ, ਜਿਹਦੇ ਵਿੱਚ ਫਰਸਟ ਫੇਜ਼ ਜਿਹੜਾ ਵਾ ਉਹ ਆਂਦਾ ਹੈ ਨਾਨ ਕੋਆਪਰੇਸ਼ਨ ਤੋਂ, ਅਸਹਿਯੋਗ ਤੋਂ। ਸੈਕਿੰਡ ਫੇਜ਼ ਜਿਹੜਾ ਇਹਦੀ ਸ਼ੁਰੂਆਤ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਸਿਵਲ ਡਿਸਓਬੀਡੀਐਂਸ ਤੋਂ। ਤਾਂ ਗਾਂਧੀ ਜੀ ਜਿਸ ਵੇਲੇ ਫਸਟ ਮੂਵਮੈਂਟ ਲਾਂਚ ਕਰਦੇ ਆ, ਜਿਸ ਵੇਲੇ ਉਹ ਨਾਨ ਕੋਆਪਰੇਸ਼ਨ ਮੂਵਮੈਂਟ ਦਿੰਦੇ ਆ, ਨਾਲ ਦੀ ਨਾਲ ਉਹ ਦੱਸਦੇ ਆ ਕਿ ਇਹ ਮੂਵਮੈਂਟ ਜਿਹੜੀ ਹੈ ਸਾਲ ਤੋਂ 1.5 ਸਾਲ ਬਾਅਦ ਦੂਸਰੀ ਮੂਵਮੈਂਟ ਲਾਂਚ ਕੀਤੀ ਜਾਏਗੀ, ਜਿਹੜੀ ਮੂਵਮੈਂਟ ਹੋਏਗੀ ਸਿਵਲ ਡਿਸਓਬੀਡੀਐਂਸ ਦੀ, ਜਿਹਦੇ ਵਿੱਚ ਅਸੀਂ ਅੰਗਰੇਜ਼ਾਂ ਦੇ ਜਿਹੜੇ ਅਤਿਆਚਾਰੀ ਕਾਨੂੰਨ ਹੈ ਉਹਨਾਂ ਦਾ ਪਾਲਨ ਨਹੀਂ ਕਰਾਂਗੇ ਜੀ। ਤਾਂ ਇੱਕ ਸੀਰੀਜ਼ ਸੀ, ਲੇਕਿਨ ਜਿਸ ਵੇਲੇ ਉਹਨਾਂ ਨੂੰ ਲੱਗਾ ਕਿ ਹਲੇ ਉਹ ਮਾਹੌਲ ਨਹੀਂ ਹੈ, ਹਲੇ ਲੋਕ ਪ੍ਰਪੇਅਰ ਨਹੀਂ ਹੈ, ਤਾਂ ਉਹਨਾਂ ਨੇ ਉਹ ਮੂਵਮੈਂਟ ਜਿਹੜੀ ਹੈ ਉਹਨੂੰ ਅੱਗੇ ਲਿਆ ਕੇ 1930 ਦੇ ਵਿੱਚ ਲਾਂਚ ਕੀਤਾ, ਜਿਸ ਵੇਲੇ ਅੰਗਰੇਜ਼ ਜਿਹੜੇ ਆ ਸਮੁੰਦਰ ਦੇ ਪਾਣੀ ਤੋਂ ਨਮਕ ਬਣਾਉਣ ਵਾਲਾ ਜਿਹੜਾ ਸੀ ਉਹਦੇ ਤੇ ਟੈਕਸ ਲਗਾਉਂਦੇ ਆ। ਅੱਛਾ, ਉਸ ਵੇਲੇ ਗਾਂਧੀ ਜੀ ਡਾਂਡੀ ਮਾਰਚ ਕਰਦੇ ਔਰ 1930 ਦੇ ਵਿੱਚ ਫਿਰ ਸਿਵਲ ਡਿਸਓਬੀਡੀਐਂਸ ਜਿਹੜੀ ਹੈ ਮੂਵਮੈਂਟ ਉਹਨੂੰ ਲਾਂਚ ਕਰਦੇ ਆ, ਲਾਂਚ ਕੀਤਾ ਜਾਂਦਾ। ਬਿਲਕੁਲ, ਅਗਰ ਅਸੀਂ ਇਹ ਸੀਰੀਜ਼ ਦੇਖੀਏ, ਇਹ ਸੀਰੀਜ਼ ਕੰਟੀਨਿਊ ਰਹਿੰਦੀ ਹੈ। ਇਸ ਤੋਂ ਬਾਅਦ 1940 ਦਾ ਮੂਵਮੈਂਟ ਆਉਂਦੀ ਹੈ, ਜਿਸ ਵਿੱਚ ਅਸੀਂ ਇੰਡੀਵਿਜੂਅਲ ਸੱਤਿਆਗ੍ਰਹਿ ਦੀ ਗੱਲ ਕਰਦੇ ਹਾਂ। ਔਰ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇੰਡੀਵਿਜੂਅਲ ਸੱਤਿਆਗ੍ਰਹਿ ਦੀ ਮੂਵਮੈਂਟ ਵਿੱਚ ਕਿਵੇਂ ਰੋਲ ਪਲੇ ਕੀਤਾ ਗਿਆ ਔਰ ਕਿਵੇਂ ਉਹ ਮੂਵਮੈਂਟ ਚੱਲਦੀ ਹੈ। ਦੇਖੋ, ਸਿਧਾਂਤਾਂ ਦੀ ਗੱਲ ਹੈ ਜੀ। ਅੰਗਰੇਜ਼ ਜਿਹੜੇ ਆ ਉਹ ਸੈਕਿੰਡ ਵਰਲਡ ਵਾਰ 1939 ਸ਼ੁਰੂ ਹੋ ਜਾਂਦੀ, ਉਹਦੇ ਵਿੱਚ ਬਿਜ਼ੀ ਹੈ ਔਰ ਗਾਂਧੀ ਜੀ ਤੇ ਇਹ ਦਬਾਅ ਆਉਂਦਾ ਕਿ ਤੁਸੀਂ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਅੰਦੋਲਨ ਚਲਾਓ। ਔਰ ਇਸ ਵੇਲੇ ਮਾਹੌਲ ਬਹੁਤ ਅੱਛਾ ਹੈ, ਅੰਗਰੇਜ਼ ਉਧਰ ਬਿਜ਼ੀ ਹੈ ਤੇ ਆਪਾਂ ਵੱਡਾ ਅੰਦੋਲਨ ਚਲਾ ਕੇ ਉਹਨਾਂ ਨੂੰ ਦੇਸ਼ ਤੋਂ ਬਾਹਰ ਕੱਢ ਸਕਦੇ ਹਾਂ ਜੀ। ਤਾਂ ਸਿਧਾਂਤ ਤੇ ਮੰਨਿਆ ਜਾਂਦਾ ਕਿ ਨਹੀਂ, ਇਸ ਵੇਲੇ ਮੋਰਲੀ ਸਾਡਾ ਜਿਹੜਾ ਅੰਦੋਲਨ ਚੱਲਣਾ ਚਾਹੀਦਾ ਹੈ ਉਹ ਉਸ ਰਾਸ਼ਟਰੀ ਪੱਧਰ ਦਾ ਨਹੀਂ ਬਲਕਿ ਇੰਡੀਵਿਜੂਅਲ ਪੱਧਰ ਦਾ ਅੰਦੋਲਨ ਹੋਣਾ ਚਾਹੀਦਾ। ਇਹ ਅੰਦੋਲਨ ਅਸਲ ਦੇ ਵਿੱਚ 1939 ਦੇ ਵਿੱਚ, ਕਿਉਂਕਿ ਸੈਕਿੰਡ ਵਰਲਡ ਵਾਰ ਸ਼ੁਰੂ ਹੋ ਜਾਂਦੀ ਹੈ ਔਰ ਗਾਂਧੀ ਜੀ ਉਸ ਵੇਲੇ ਇਸ ਚੀਜ਼ ਲਈ ਤਿਆਰ ਨਹੀਂ ਹੈ ਕਿ ਇੱਕ ਰਾਸ਼ਟਰੀ ਪੱਧਰ ਦਾ ਅੰਦੋਲਨ ਚਲਾਇਆ ਜਾਏ, ਤਾਂ ਇੱਕ ਇੰਡੀਵਿਜੂਅਲ ਸੱਤਿਆਗ੍ਰਹਿ ਚਲਾਇਆ ਜਾਂਦਾ ਜਿਹਦੇ ਵਿੱਚ ਇੱਕ ਵਿਅਕਤੀ ਜਿਹੜਾ ਉਹ ਜਾ ਕੇ ਸਰਕਾਰ ਦਾ ਵਿਰੋਧ ਕਰਦਾ ਹੈ ਔਰ ਉਹਨੂੰ ਅਰੈਸਟ ਕੀਤਾ ਜਾਂਦਾ ਹੈ। ਤਾਂ ਪਹਿਲੇ ਜਿਹੜੇ ਸੱਤਿਆਗ੍ਰਹੀ ਬਣਦੇ ਆ ਆਚਾਰਯ ਵਿਨੋਬਾ ਭਾਵੇ ਔਰ ਲਗਭਗ 25,000 ਸੱਤਿਆਗ੍ਰਹੀ ਜਿਹੜੇ ਆ ਇਹਦੇ ਵਿੱਚ ਪਾਰਟਿਸਿਪੇਟ ਕਰਦੇ ਆ। ਜਿਸ ਵੇਲੇ ਮੈਂ ਵਰਡ ਯੂਜ਼ ਕਰਦਾ ਨਾ ਸੱਤਿਆਗ੍ਰਹਿ, ਸੱਤਿਆਗ੍ਰਹੀ, ਤਾਂ ਇਹ ਅਸਲ ਦੇ ਵਿੱਚ ਅਜਿਹੀ ਟਰਮ ਹੈ ਜਿਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਜੀ। ਤਾਂ ਗਾਂਧੀ ਜੀ ਜਿਸ ਵੇਲੇ ਰੋਲਟ ਐਕਟ ਆਂਦਾ, ਉਸ ਵੇਲੇ ਵੀ ਰੋਲਟ ਸੱਤਿਆਗ੍ਰਹਿ ਨਾਮ ਦਾ ਇੱਕ ਅੰਦੋਲਨ ਜਿਹੜਾ ਉਹਦੀ ਕਾਲ ਜਿਹੜੀ ਹੈ ਉਹ ਦਿੰਦੇ ਆ ਜੀ। ਇਸ ਤੋਂ ਪਹਿਲਾਂ ਸਾਊਥ ਅਫਰੀਕਾ 'ਚ ਵੀ ਉਹ ਸੱਤਿਆਗ੍ਰਹਿ ਚਲਾਉਂਦੇ ਆ। ਤਾਂ ਸੱਤਿਆਗ੍ਰਹਿ ਅਸਲ ਦੇ ਵਿੱਚ ਇੱਕ ਅਜਿਹਾ ਸ਼ਬਦ ਹੈ ਜਿਹੜਾ ਕਿ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ, ਸੱਤੇ ਪਲੱਸ ਗ੍ਰਹਿ। ਮਤਲਬ ਇਹ ਹੈ ਕਿ ਤੁਸੀਂ ਸੱਚ ਦੇ ਨਾਲ ਜੁੜੇ ਰਹੋ। ਤਾਂ ਇਹ ਇੱਕ ਅਜਿਹਾ ਹਥਿਆਰ ਹੈ ਜਿਹੜਾ ਕਿ ਵਿਅਕਤੀ ਨੂੰ ਮਜ਼ਬੂਤ ਬਣਾਉਂਦਾ ਹੈ, ਬਾਹਰੋਂ ਫਿਜ਼ੀਕਲੀ ਨਹੀਂ ਲੇਕਿਨ ਇੰਟਰਨਲੀ ਉਹਨੂੰ ਇੰਨਾ ਸਟਰੋਂਗ ਬਣਾ ਦਿੰਦਾ ਹੈ ਕਿ ਜਿਹੜਾ ਅਤਿਆਚਾਰੀ ਸ਼ਾਸਕ ਹੈ ਉਹ ਉਸ ਵਿਅਕਤੀ ਦੇ ਸਾਹਮਣੇ ਝੁਕ ਜਾਂਦਾ ਹੈ। ਤਾਂ ਗਾਂਧੀ ਜੀ ਨੇ ਇਹ ਜਿਹੜਾ ਕਨਸੈਪਟ ਦਿੱਤਾ ਸੱਤਿਆਗ੍ਰਹਿ ਦਾ, ਬਲਕਿ ਉਹਨਾਂ ਨੇ ਇਹਨੂੰ ਇੰਪਲੀਮੈਂਟ ਕੀਤਾ। ਸੱਤਿਆਗ੍ਰਹਿ ਦੀ ਇਸ ਧਾਰਨਾ ਨੂੰ ਇੰਪਲੀਮੈਂਟ ਕਰਦੇ ਆ, ਸਾਊਥ ਅਫਰੀਕਾ 'ਚ ਵੀ ਕਰਦੇ ਆ, ਭਾਰਤ ਦੇ ਵਿੱਚ ਵੀ ਉਹ ਇੰਪਲੀਮੈਂਟ ਕਰਦੇ ਆ ਕਿ ਤੁਸੀਂ ਆਪਣੀ ਇੰਡੀਵਿਜੂਅਲ ਵਿਲ ਜਿਹੜੀ ਆ, ਆਪਣਾ ਡਿਟਰਮੀਨੇਸ਼ਨ ਜਿਹੜਾ ਕਿ ਸੱਚ ਤੇ ਅਹਿੰਸਾ ਤੇ ਆਧਾਰਿਤ ਹੈ, ਉਹਨੂੰ ਮਜ਼ਬੂਤ ਬਣਾਉਣਾ ਔਰ ਉਸ ਵਿਵਸਥਾ ਦਾ ਵਿਰੋਧ ਕਰਨਾ। ਤਾਂ ਇਹ ਇੱਕ ਅਜਿਹੀ ਧਾਰਨਾ ਸੀ ਔਰ ਇਹ ਕਹਿੰਦੇ ਆ ਕਿ ਇਹ ਜਿਹੜਾ ਹਥਿਆਰ ਹੈ ਸੱਤਿਆਗ੍ਰਹਿ ਦਾ, ਇੱਕ ਮਜ਼ਬੂਤ ਵਿਅਕਤੀ ਦਾ ਹਥਿਆਰ ਹੈ। ਮਜ਼ਬੂਤੀ ਦਾ ਮਤਲਬ ਫਿਜ਼ੀਕਲੀ ਮਜ਼ਬੂਤੀ ਨਹੀਂ ਹੈ, ਬਲਕਿ ਉਹਦੇ ਵਿਚਾਰਾਂ ਦੀ ਮਜ਼ਬੂਤੀ ਹੈ, ਉਹਦੀ ਜਿਹੜੀ ਇੰਟਰਨਲ ਸੋਚ ਹੈ ਉਹਦੀ ਮਜ਼ਬੂਤੀ ਹੈ। ਤਾਂ ਇਹ ਇੱਕ ਅਜਿਹਾ ਕਨਸੈਪਟ ਉਹਨਾਂ ਨੇ
ਜਿਹੜਾ ਇੱਕ ਨਵਾਂ ਕਨਸੈਪਟ ਜਿਹਨੂੰ ਕਹ ਲਓ ਕਿ ਉਹਨਾਂ ਨੇ ਇੰਪਲੀਮੈਂਟ ਕੀਤਾ ਸੱਤਿਆਗ੍ਰਹਿ ਦਾ, ਉਹ ਇੱਕ ਐਕਸਪੈਰੀਮੈਂਟ ਸੀ। ਜੀ ਜਦਕਿ ਪੂਰੇ ਦੁਨੀਆ ਦੇ ਇਤਿਹਾਸ, ਵਰਲਡ ਹਿਸਟਰੀ ਅਗਰ ਦੇਖਦੇ ਹਾਂ ਤੇ ਸਾਨੂੰ ਅਜਿਹਾ ਐਕਸਪੈਰੀਮੈਂਟ ਕਿਤੇ ਨਹੀਂ ਮਿਲਦਾ ਕਿ ਹਥਿਆਰਾਂ ਤੋਂ ਬਿਨਾਂ ਹੀ ਤੁਸੀਂ ਚਲੇ ਗਏ, ਐਡੇ ਵੱਡੇ ਪ੍ਰਸ਼ਾਸਨ ਦੇ, ਐਡੀ ਵੱਡੀ ਵਿਵਸਥਾ ਦੇ ਨਾਲ ਤੁਸੀਂ ਲੜਾਈ ਕਰਨ ਦੇ ਲਈ ਚਲੇ ਗਏ। ਔਰ ਇਸੇ ਲਈ ਕਿਹਾ ਜਾਂਦਾ, ਆਇਨਸਟਾਈਨ ਵੀ ਇਹ ਗੱਲ ਕਹਿੰਦਾ ਹੈ ਕਿ ਆਉਣ ਵਾਲੀ ਪੀੜ੍ਹੀਆਂ ਨੇ ਤਾਂ ਮੰਨਣਾ ਹੀ ਨਹੀਂ ਹੈ ਕਿ ਇਦਾਂ ਦਾ ਹਾਰਡ ਮਾਸ ਵਾਲਾ ਇੱਕ ਵਿਅਕਤੀ ਜਿਹੜਾ ਭਾਰਤ ਦੇ ਵਿੱਚ ਆਇਆ ਸੀ ਔਰ ਉਹਨੇ ਬ੍ਰਿਟਿਸ਼ ਸਾਮਰਾਜ ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਉਹਦਾ ਸੂਰਯ ਕਦੀ ਅਸਤੀ ਨਹੀਂ ਹੁੰਦਾ, ਉਹਦੇ ਨਾਲ ਉਹਨੇ ਲੜਾਈ ਲੜੀ ਔਰ ਦੇਸ਼ ਨੂੰ ਆਜ਼ਾਦ ਕਰਾਇਆ। ਉਹ ਇੱਕ ਵਿਸ਼ਵਾਸ ਸੀਗਾ ਗਾਂਧੀ ਜੀ ਦਾ, ਜਿਹੜਾ ਸੱਤਿਆਗ੍ਰਹਿ ਦੇ ਰੂਪ ਦੇ ਵਿੱਚ ਐਡਾ ਵੱਡਾ ਹਥਿਆਰ ਉਹਨਾਂ ਨੇ ਲੋਕਾਂ ਨੂੰ ਦਿੱਤਾ ਔਰ ਇੱਕ ਅਜਿਹਾ ਅੰਦੋਲਨ ਉਹਨਾਂ ਨੇ ਚਲਾਇਆ, ਵਿਅਕਤੀਗਤ ਸੱਤਿਆਗ੍ਰਹਿ। ਉਹ ਦੁਨੀਆ ਦੇ ਸਾਹਮਣੇ ਇੱਕ ਐਗਜ਼ਾਮਪਲ ਪੇਸ਼ ਕੀਤੀ ਕਿ ਇੱਕ ਵਿਅਕਤੀ ਵੀ ਜਾ ਕੇ ਐਡੀ ਵੱਡੀ ਵਿਵਸਥਾ ਦੇ ਸਾਹਮਣੇ ਖੜਾ ਹੋ ਕੇ ਉਹਦਾ ਵਿਰੋਧ ਕਰ ਸਕਦਾ। ਤੋ ਇੱਕ ਸਿੰਬੋਲਿਕ ਕਹਿ ਲਓ ਕਿ ਇੱਕ ਅਜਿਹਾ ਮੂਵਮੈਂਟ ਉਹਨਾਂ ਨੇ ਲਾਂਚ ਕੀਤੀ ਕਿ ਜਿਹੜੀ ਪੂਰੀ ਤਰ੍ਹਾਂ ਨਾਲ ਨੈਤਿਕਤਾ ਤੇ ਆਧਾਰਿਤ ਸੀ। ਉਹਨਾਂ ਨੇ ਨੈਤਿਕਤਾ ਨੂੰ ਛੱਡਿਆ ਨਹੀਂ ਹੈ। ਅਸੀਂ ਇਹ ਵੀ ਦੇਖਦੇ ਹਾਂ ਕਿ ਐਡਾ ਵੱਡਾ ਸੰਘਰਸ਼ ਜਿਹੜਾ ਚੱਲਦਾ ਪਿਆ ਦੇਸ਼ ਦੀ ਆਜ਼ਾਦੀ ਦਾ, ਪੂਰੀ ਤਰ੍ਹਾਂ ਦੇ ਨਾਲ ਸੱਚ ਤੇ ਅਹਿੰਸਾ ਤੇ ਆਧਾਰਿਤ ਹੈ। ਔਰ ਬ੍ਰਿਟਿਸ਼ ਵਿਵਸਥਾ ਜਿਹਦੇ ਬਾਰੇ ਕਿਹਾ ਜਾਂਦਾ ਕਿ ਬੜੀ ਲੋਕਤਾਂਤਰਿਕ ਵਿਵਸਥਾ ਹੈ, ਨਿਆਂ ਪਸੰਦ ਹੈ, ਔਰ ਉਹਨਾਂ ਦੇ ਸਾਰੀ ਉਹ ਵਿਵਸਥਾ ਜਿਹੜੀ ਸੀ ਉਹ ਪੂਰੀ ਤਰ੍ਹਾਂ ਦੇ ਨਾਲ ਗਾਂਧੀ ਜੀ ਨੇ ਉਹ ਧਾਰਨਾ ਨੂੰ ਝੂਠਾ ਸਾਬਤ ਕਰ ਦਿੱਤਾ ਕਿ ਨਿਆਂ ਵਿਵਸਥਾ ਇਹ ਹੁੰਦੀ ਹੈ, ਨੈਤਿਕਤਾ ਇਹਨੂੰ ਕਹਿੰਦੇ ਆ, ਸੱਚ ਦਾ ਪੱਖ ਇਹ ਹੈ ਕਿ ਸਾਡਾ ਇੱਕ ਵਿਅਕਤੀ ਜਿਹੜਾ ਹੈ ਤੁਹਾਡੀ ਪੂਰੀ ਵਿਵਸਥਾ ਨੂੰ ਚੈਲੰਜ ਕਰਨ ਲਈ ਆ ਰਿਹਾ। ਜੀ, ਤੇ ਡਾਕਟਰ ਦਿਨੇਸ਼, ਜਿਸ ਤਰ੍ਹਾਂ ਗੱਲਬਾਤ ਦੇ ਵਿੱਚ ਤੁਸੀਂ ਕਿਹਾ ਕਿ ਗਾਂਧੀ ਜੀ ਵੱਲੋਂ ਸਾਊਥ ਅਫਰੀਕਾ ਦੇ ਵਿੱਚ ਵੀ ਅੰਦੋਲਨ ਜਿਹੜਾ ਉਹ ਚਲਾਇਆ ਗਿਆ, ਉਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਸਾਨੂੰ ਦਿਓ। ਅਸਲ ਦੇ ਵਿੱਚ ਮੈਮ ਇਸ ਤਰ੍ਹਾਂ ਹੈ, ਜਿਸ ਵੇਲੇ ਗਾਂਧੀ ਜੀ ਬੈਰਿਸਟਰ ਦੀ ਪੜ੍ਹਾਈ ਕਰਕੇ 1991 ਦੇ ਵਿੱਚ 3 ਸਾਲ ਉਹ ਬ੍ਰਿਟੇਨ 'ਚ ਬੈਰਿਸਟਰ ਦੀ ਪੜ੍ਹਾਈ ਕਰਕੇ ਵਾਪਸ ਆਉਂਦੇ ਆ, ਉਸ ਤੋਂ ਬਾਅਦ ਉਹਨਾਂ ਨੂੰ ਸਾਊਥ ਅਫਰੀਕਾ ਜਾਣਾ ਹੁੰਦਾ ਔਰ ਸਾਊਥ ਅਫਰੀਕਾ 'ਚ ਇੱਕ ਉਹਨਾਂ ਨੂੰ ਕੇਸ ਮਿਲਦਾ, ਕੇਸ ਬੜਾ ਫੇਮਸ ਕੇਸ ਆਉਂਦਾ ਹੈ। ਉੱਥੇ ਦੇ ਵਪਾਰੀ ਹੈ ਅਬਦੁੱਲਾ, ਉਹਨਾਂ ਦਾ ਕੇਸ ਉਹ ਕੰਟੈਕਸਟ ਕਰਨ ਵਾਸਤੇ ਜਾਂਦੇ ਆ ਸਾਊਥ ਅਫਰੀਕਾ। ਔਰ ਉੱਥੇ ਜਿਸ ਵੇਲੇ ਉਹ ਪਹੁੰਚਦੇ ਆ ਸਾਊਥ ਅਫਰੀਕਾ ਦੇ ਵਿੱਚ, ਔਰ ਉਸ ਸਮਾਜ ਦੇ ਵਿੱਚ ਉਹ ਗੋਰੇ ਕਾਲੇ ਦਾ ਭੇਦਭਾਵ ਦੇਖਦੇ ਆ, ਨਸਲੀ ਭੇਦਭਾਵ ਉਹਨਾਂ ਨੂੰ ਵੇਖਣ ਨੂੰ ਮਿਲਦਾ ਜੀ। ਔਰ ਉਹ ਇਸ ਚੀਜ਼ ਦਾ ਵਿਰੋਧ ਕਰਦੇ ਆ ਕਿਉਂਕਿ ਜਿਹੜੀ ਉਹਨਾਂ ਨੇ ਪੜ੍ਹਾਈ ਕੀਤੀ ਹੈ ਉਹ ਬ੍ਰਿਟੇਨ 'ਚ ਕੀਤੀ ਹੈ ਔਰ ਉੱਥੇ ਉਹਨਾਂ ਨੂੰ ਇਦਾਂ ਦਾ ਭੇਦਭਾਵ ਵੇਖਣ ਨੂੰ ਨਹੀਂ ਮਿਲਦਾ, ਲੇਕਿਨ ਸਾਊਥ ਅਫਰੀਕਾ 'ਚ ਉਹਨਾਂ ਨੂੰ ਇਹ ਭੇਦਭਾਵ ਵੇਖਣ ਨੂੰ ਮਿਲਦਾ ਹੈ। ਔਰ ਜਿਸ ਵੇਲੇ ਉਹ ਸਾਊਥ ਅਫਰੀਕਾ ਦੇ ਵਿੱਚ ਫਸਟ ਕਲਾਸ ਟ੍ਰੇਨ ਦੇ ਵਿੱਚ ਟਰੈਵਲ ਕਰਦੇ ਆ ਕੰਪਾਰਟਮੈਂਟ ਦੇ ਵਿੱਚ, ਔਰ ਉਹਨਾਂ ਨੂੰ ਔਰ ਉਹਨਾਂ ਦੇ ਸਮਾਨ ਨੂੰ ਬਾਹਰ ਫੈਂਕ ਦਿੱਤਾ ਜਾਂਦਾ ਹੈ ਕਿ ਨਹੀਂ ਤੁਸੀਂ ਫਸਟ ਕਲਾਸ ਕੰਪਾਰਟਮੈਂਟ 'ਚ ਨਹੀਂ ਬੈਠ ਸਕਦੇ, ਬੀਇੰਗ ਏ ਬਲੈਕ, ਤਾਂ ਤੁਹਾਨੂੰ ਥਰਡ ਕੰਪਾਰਟਮੈਂਟ ਜਿਹੜਾ ਉਹਦੇ 'ਚ ਬੈਠਣਾ ਪਏਗਾ ਜੀ, ਡਿਸਪਾਈਟ ਹੈਵਿੰਗ ਕਿ ਉਹਨਾਂ ਕੋਲ ਫਸਟ ਕਲਾਸ ਦੀ ਟਿਕਟ ਵੀ ਹੈ। ਤਾਂ ਉਹ ਜਿਹੜਾ ਬੜਾ ਇੱਕ ਟਰਨਿੰਗ ਪੁਆਇੰਟ ਉਹਨਾਂ ਦੀ ਲਾਈਫ 'ਚ ਆਉਂਦਾ ਹੈ, ਜਿੱਥੋਂ ਅਸੀਂ ਇਹ ਮੰਨਦੇ ਹਾਂ ਕਿ ਉਹ ਜਿਹੜੇ ਗਾਂਧੀ ਜੀ ਆ ਉਹ ਮਹਾਤਮਾ ਬਣ ਜਾਂਦੇ ਆ ਔਰ ਉਹ ਨਸਲੀ ਭੇਦਭਾਵ ਦਾ ਸ਼ਿਕਾਰ ਹੁੰਦੇ ਆ। ਤਾਂ ਉੱਥੇ ਵੀ ਉਹ ਡਿਸਾਈਡ ਕਰਦੇ ਆ ਕਿ ਹੁਣ ਮੇਰੇ ਕੋਲ ਰਸਤਾ ਇਹੀ ਹੈ ਕਿ ਜਾਂ ਤਾਂ ਮੈਂ ਇਹਨੂੰ ਮੰਨ ਲਵਾਂ ਕਿ ਜੋ ਭੇਦਭਾਵ ਮੇਰੇ ਨਾਲ ਹੋ ਰਿਹਾ ਜਿੱਦਾਂ ਬਾਕੀ ਲੋਕ ਮੰਨੀ ਜਾ ਰਹੇ, ਤੇ ਦੂਸਰਾ ਇਹ ਹੈ ਕਿ ਮੈਂ ਇਹਦੇ ਅਗੇਂਸਟ ਆਵਾਜ਼ ਉਠਾਵਾਂ। ਔਰ ਆਵਾਜ਼ ਕਿੱਦਾਂ ਉਠਾਣੀ ਹੈ? ਆਪਣੇ ਦੋ ਸਿਧਾਂਤਾਂ ਨੂੰ ਨਾਲ ਲੈ ਕੇ ਚੱਲਦੇ ਹੋਏ, ਸੱਚ ਤੇ ਅਹਿੰਸਾ। ਔਰ ਗਾਂਧੀ ਜੀ ਉਹਦੇ ਅਗੇਂਸਟ ਆਵਾਜ਼ ਉਠਾਉਂਦੇ ਆ, ਸੱਚ ਤੇ ਅਹਿੰਸਾ ਦੇ ਸਿਧਾਂਤਾਂ ਦੇ ਨਾਲ ਚੱਲਦੇ ਹੋਏ ਸੱਤਿਆਗ੍ਰਹਿ ਲਾਂਚ ਕਰਦੇ ਆ, ਲੋਕਾਂ ਨੂੰ ਆਪਣੇ ਨਾਲ ਜੋੜਦੇ ਆ ਔਰ ਅਲਟੀਮੇਟਲੀ ਉਹ ਉਸ ਕਾਨੂੰਨ ਦੇ ਵਿੱਚ ਅਮੈਂਡਮੈਂਟ ਕਰਵਾਉਂਦੇ ਆ ਜਿਹੜੀ ਕਿ ਉਹਨਾਂ ਨਾਲ ਭੇਦਭਾਵ ਕਰਦੀ ਹੈ ਜੀ। ਤਾਂ ਸਾਊਥ ਅਫਰੀਕਾ ਦੇ ਵਿੱਚ ਗਾਂਧੀ ਜੀ ਨੇ ਇੱਕ ਸਫਲ ਸੱਤਿਆਗ੍ਰਹਿ ਚਲਾਇਆ ਔਰ ਉੱਥੇ ਦੀ ਵਿਵਸਥਾ ਨੂੰ ਮਜਬੂਰ ਕਰ ਦਿੱਤਾ ਕਿ ਤੁਸੀਂ ਭੇਦਭਾਵ, ਨਸਲੀ ਭੇਦਭਾਵ ਵਾਲੇ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਖਤਮ ਕਰੋ। ਤਾਂ ਇੱਕ ਕਾਮਯਾਬ ਅੰਦੋਲਨ ਸੀਗਾ ਔਰ ਗਾਂਧੀ ਜੀ ਨੇ ਇਹ ਅੰਦੋਲਨ ਨੂੰ ਲੀਡ ਕੀਤਾ ਸੀ ਸਾਊਥ ਅਫਰੀਕਾ ਦੇ ਵਿੱਚ। ਇਸੇ ਲਈ ਜਦੋਂ ਭਾਰਤ ਦੇ ਵਿੱਚ ਆਉਂਦੇ ਆ, ਇੱਥੇ ਵੀ ਆ ਕੇ ਉਹ ਭਾਰਤ ਦੇ ਪਹਿਲੇ ਹਾਲਾਤਾਂ ਨੂੰ ਸਮਝਦੇ ਆ ਔਰ ਲੋਕਾਂ ਨੂੰ ਪ੍ਰਪੇਅਰ ਕਰਦੇ ਆ ਕਿ ਤੁਸੀਂ ਸੱਚ ਤੇ ਅਹਿੰਸਾ ਨਾਲ ਰਹਿੰਦੇ ਹੋਏ ਇਸ ਵਿਵਸਥਾ ਦੇ ਨਾਲ ਸੰਘਰਸ਼ ਕਰ ਸਕਦੇ ਹੋ ਜੀ। ਤੇ ਡਾਕਟਰ ਦਿਨੇਸ਼ ਜੀ, ਤੁਹਾਡੇ ਤੋਂ ਇਹ ਜਾਣਦੇ ਆ ਕਿ ਗਾਂਧੀ ਜੀ ਦੇ, ਮਹਾਤਮਾ ਗਾਂਧੀ ਜੀ ਦੇ ਜਿਹੜੇ ਸਿਧਾਂਤ ਰਹੇ ਨੇ, ਮੂਲ ਸਿਧਾਂਤ, ਉਹ ਕਿਹੜੇ ਨੇ? ਤੇ ਇਹਦੇ ਨਾਲ ਹੀ ਤੁਹਾਡੇ ਤੋਂ ਇੱਕ ਸੰਦੇਸ਼ ਦਰਸ਼ਕਾਂ ਲਈ ਜ਼ਰੂਰ ਲਵਾਂਗੇ। ਬਿਲਕੁਲ ਮੈਮ, ਗਾਂਧੀ ਜੀ ਦੇ ਜਿਹੜੇ ਮੂਲ ਸਿਧਾਂਤ ਹੈ, ਅਗਰ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਗਾਂਧੀ ਜੀ ਆਪਣੀ ਆਟੋਬਾਇਓਗ੍ਰਾਫੀ 'ਚ ਲਿਖਦੇ ਆ ਕਿ ਮੇਰੇ ਸਿਧਾਂਤ ਜਿਹੜੇ ਆ, ਕਿਉਂਕਿ ਗਾਂਧੀ ਜੀ ਮੰਨਦੇ ਆ ਕਿ ਮੈਂ ਆਪਣਾ ਕੋਈ ਸਿਧਾਂਤ ਨਹੀਂ ਦਿੱਤਾ, ਮੈਂ ਤਾਂ ਜਿਹੜੇ ਸਿਧਾਂਤ ਇੱਥੇ ਐਸਟੈਬਲਿਸ਼ਡ ਹੈ, ਜਿਹੜੇ ਕਿ ਪੁਰਾਣੇ ਸਮੇਂ ਤੋਂ ਚੱਲੇ ਆ ਰਹੇ ਆ, ਜਿੰਨੇ ਪੁਰਾਣੇ ਪਹਾੜ, ਜਿੰਨੀਆਂ ਪੁਰਾਣੀਆਂ ਨਦੀਆਂ, ਉਹ ਸੱਚ ਤੇ ਅਹਿੰਸਾ ਦੇ ਸਿਧਾਂਤ ਹੈ, ਮੈਂ ਉਹਨਾਂ ਸਿਧਾਂਤਾਂ ਨੂੰ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕੀਤਾ ਜੀ। ਤਾਂ ਗਾਂਧੀ ਜੀ ਉਹਨਾਂ ਸਿਧਾਂਤਾਂ ਦੇ ਉੱਪਰ ਆਪਣੀ ਤਾ ਉਮਰ, ਆਪਣਾ ਪੂਰਾ ਜੀਵਨ ਬਤੀਤ ਕਰਦੇ ਆ। ਚਾਹੇ ਉਹਨਾਂ ਨੇ ਇਹ ਅੰਦੋਲਨ ਚਲਾਏ ਆਜ਼ਾਦੀ ਦੇ ਲਈ, ਇੱਕ ਬਹੁਤ ਵੱਡਾ ਅੰਦੋਲਨ ਉਹਨਾਂ ਨੇ 1942 ਚ ਚਲਾਇਆ, ਕੁਇਟ ਇੰਡੀਆ ਮੂਵਮੈਂਟ, ਉਹ ਵੀ ਪੂਰੀ ਤਰ੍ਹਾਂ ਦੇ ਨਾਲ, ਜਿਸ ਨੂੰ ਅਸੀਂ ਡੂ ਔਰ ਡਾਈ ਦਾ ਅੰਦੋਲਨ ਕਹਿੰਦੇ ਆ, ਤਾਂ ਪੂਰੀ ਤਰ੍ਹਾਂ ਦੇ ਨਾਲ ਸੱਚ ਤੇ ਅਹਿੰਸਾ ਦੇ ਉਹ ਅੜੇ ਰਹੇ ਆ। ਡਾਕਟਰ ਸਾਹਿਬ, ਇਹੀ ਦੋ ਸਿਧਾਂਤ ਹੈ ਜਿਨ੍ਹਾਂ ਦੇ ਚੱਲਦੇ ਹੋਏ ਅਸੀਂ ਗਾਂਧੀਵਾਦ ਦਾ ਜਿਹੜਾ ਪਾਠ ਹੈ ਉਹ ਪੜ੍ਹ ਸਕਦੇ ਹਾਂ।
ਡਾਕਟਰ ਦਿਨੇਸ਼ ਅਰੋੜਾ ਜੀ, ਤੁਸੀਂ ਸਟੂਡੀਓ ਦੇ ਵਿੱਚ ਆਏ, ਨਾ ਮਿਲ ਵਰਤਨ ਅੰਦੋਲਨ ਬਾਰੇ ਜੀ। ਸਾਨੂੰ ਬਹੁਤ ਜਾਣਕਾਰੀ ਤੁਸੀਂ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ।